ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਅੱਜ ਗੁਰਪੁਰਬ ਹੈ, ਸਭ ਨੂੰ ਵਧਾਈ। ਮਨਪ੍ਰੀਤ ਜੀ, ਜੀ ਆਇਆਂ। ਮਨਪ੍ਰੀਤ ਰੰਧਾਵਾ ਸੀਨੀਅਰ ਜਰਨਲਿਸਟ ਮੇਰੇ ਨਾਲ ਨੇ, ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮੇਰੇ ਵੱਲੋਂ ਵੀ ਸਾਨੂੰ ਜਿੰਨੇ ਦਰਸ਼ਕ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਇਸ ਗੁਰਪੁਰਬ ਦੀ ਲੱਖ ਲੱਖ ਵਧਾਈ। ਇਸ ਮੁਕੱਦਸ ਦਿਨ ਤੇ ਸਾਨੂੰ ਫਿਰ ਸਿਆਸਤ ਡਿਸਕਸ ਕਰਨੀ ਪੈ ਰਹੀ ਹੈ। ਮੈਨੂੰ ਇੰਜ ਲੱਗਦਾ ਕਿ ਪੰਜਾਬ ਦੀ ਸਿਆਸਤ 'ਚ ਸਾੜ ਸਤੀ ਦਾ ਪਹਿਰਾ ਹੈ। ਜਿਹੜੇ ਦੂਜੀ ਕਤਾਰ ਦੇ ਅਗਲੇ ਬੰਨਿਓ ਲੀਡਰਸ਼ਿਪ ਦੇਣ ਦਾ ਦਾਅਵਾ ਕਰਨ ਵਾਲੇ ਵੱਡੇ ਲੀਡਰ ਸੀ, ਜਿਨ੍ਹਾਂ ਦੇ ਵਿੱਚੋਂ ਸੁਖਪਾਲ ਖਹਿਰਾ, ਜਿਨ੍ਹਾਂ ਦੇ ਵਿੱਚ ਸਿਮਰਜੀਤ ਬੈਂਸ ਔਰ ਬਿਕਰਮ ਮਜੀਠੀਆ, ਜਿਹੜੇ ਆਪਣੇ ਆਪ ਨੂੰ ਧਾਕੜ ਲੀਡਰ ਸਮਝਦੇ ਸੀ, ਧੱਕ ਕੇ ਰੱਖਤੇ ਗਏ। ਖਹਿਰਾ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਤਾ ਗਿਆ, ਜੇਲ੍ਹ 'ਚ ਪਟਿਆਲੇ। ਔਰ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਤਲਵਾਰ ਲਟਕ ਰਹੀ ਗ੍ਰਿਫਤਾਰੀ ਦੀ, ਤੇ ਬਿਕਰਮ ਸਿੰਘ ਮਜੀਠੀਆ ਬਚਣ ਦਾ ਰਾਹ ਲੱਭ ਰਹੇ ਨੇ ਕਿ ਮੈਨੂੰ ਸਿਆਸੀ ਫਸਾਇਆ ਜਾ ਰਿਹਾ। ਇਹ ਤਿੰਨੋਂ ਲੋਕ ਨਵੀਂ ਪੀੜ੍ਹੀ ਦੀ ਰਾਜਨੀਤੀ ਦੇ ਵਿੱਚ ਲੀਡਰ ਬਣਨ ਲਈ ਕਾਹਲੇ ਸੀ ਜਾਂ ਬਣਨਾ ਚਾਹ ਰਹੇ ਸੀਗੇ। ਇਹ ਤਿੰਨੋਂ ਹੀ ਆਪਣੇ ਆਪਣੇ ਤੇ ਲੱਗੇ ਇਲਜ਼ਾਮਾਂ ਦੀ ਸਫਾਈ ਤੱਕ ਨਹੀਂ ਪ੍ਰੋਪਰ ਦੇ ਪਾ ਰਹੇ। ਵੱਖਰੀ ਗੱਲ ਆ ਕਿ ਦੋਸ਼ ਕਿੰਨੇ ਸੱਚ ਨੇ, ਕਿੰਨੇ ਉਹ ਅਦਾਲਤਾਂ ਦਾ ਕੰਮ ਆ, ਨਿਆਂ ਦਾ ਕੰਮ ਆ, ਲੇਕਿਨ ਫਿਲਹਾਲ ਇਹ ਬਚਦੇ ਨਜ਼ਰ ਆ ਰਹੇ ਆ। ਕੇਜਰੀਵਾਲ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਤੋਂ ਦਸਤਕ ਦੇਣਾ ਚਾਹ ਰਹੇ ਆ। ਫੋਟੋ ਉਹ ਖਲੀ ਦੀ ਦੇ ਰਹੇ ਆ, WWE ਵਾਲੀ, ਜਿਸ ਕੁਸ਼ਤੀ ਬਾਰੇ ਅੱਜ ਤੱਕ ਸਪਸ਼ਟ ਹੀ ਨਹੀਂ ਹੋ ਸਕਿਆ ਇਹਦੇ 'ਚ ਸੱਚ ਕਿੰਨਾ, ਝੂਠ ਕਿੰਨਾ, ਡਰਾਮਾ ਕਿੰਨਾ। ਤੇ ਫੋਟੋ ਤਾਂ ਫਿਰ ਡਰਾਮਿਆਂ ਵਾਲੀ ਹੀ ਲੱਗਦੀ ਆ। ਉਂਝ ਕੇਜਰੀਵਾਲ ਸਾਹਿਬ ਨੇ ਅਜੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰਨਾ ਹੈ। ਦੂਜੇ ਬੰਨੇ ਜੇ ਰਾਜਨੀਤੀ ਦੀ ਗੱਲ ਕਰੀਏ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਔਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੇ ਵੀ ਸਿਆਸਤ ਪੂਰੀ ਤਰ੍ਹਾਂ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਗੁੱਸੇ ਦੇ ਰੌਂ 'ਚ ਹੈ। ਉਹਦੇ ਪ੍ਰਧਾਨ ਸ਼ਾਇਦ ਹੀ ਅੱਗੇ ਜਾਣ, ਕਿਉਂਕਿ ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਗਏ। ਭਗਵੰਤ ਮਾਨ ਦੀ ਪਾਰਟੀ ਵੱਲੋਂ ਰਾਘਵ ਚੱਡਾ ਕਹਿੰਦੇ ਆ ਕਿ ਸਾਨੂੰ ਸਿਆਸਤ ਦੱਸੀ ਜਾ ਰਹੀ ਆ। ਆਪ ਤੁਸੀਂ ਬੀਜੇਪੀ ਦੀ ਅਗਵਾਈ 'ਚ ਵੀ ਚਲੇ ਗਏ, ਤੁਸੀਂ ਮੁੱਖ ਮੰਤਰੀ ਦੀ ਅਗਵਾਈ 'ਚ ਚਲੇ ਗਏ, ਫਿਰ ਤੁਸੀਂ ਡਿਪਟੀ ਮੁੱਖ ਮੰਤਰੀ ਦੀ ਅਗਵਾਈ 'ਚ ਵੀ ਜਾਣਾ, ਫਿਰ ਤੁਸੀਂ ਸਿੱਧੂ ਦੀ ਅਗਵਾਈ 'ਚ ਜਾਣਾ। ਸਾਡੇ ਵਾਰੀ ਇਹ ਸਿਆਸਤ ਹੁੰਦੀ। ਤੇ ਜੇ ਅਗਲੇ ਬੰਨੇ ਜਾਓਗੇ ਤਾਂ ਕਿਸਾਨ ਵੀ ਸਿਆਸਤ ਦੇ ਖਿਲਾਫ ਲੱਕ ਬੰਨ ਕੇ ਖਲੋਗੇ। ਕਹਿੰਦੇ ਹੁਣ ਫਿਰ ਆਪਣੇ ਜੀ ਦੇ ਵੀ ਖਿਲਾਫ ਕਾਲੀਆਂ ਝੰਡੀਆਂ ਦਿਖਾਵਾਂਗੇ। ਚੜੂਣੀ ਨੂੰ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਕਾਲੇ ਝੰਡੇ ਦਿਖਾਊਗਾ ਹੁਣ। ਤੇ ਪ੍ਰਕਾਸ਼ ਸਿੰਘ ਬਾਦਲ ਤੀਜੇ ਦਿਨ ਵੀ ਲਗਾਤਾਰ ਆਪਣੇ ਹਲਕੇ 'ਚ ਵਿੱਚ ਰਹੇ, ਕਹਿੰਦੇ ਪਾਰਟੀ 'ਚ ਫੈਸਲਾ ਕਰੂ, ਉਵੇਂ ਹੀ ਤੁਰਾਂਗੇ। ਮੈਂ ਮੁੜ ਕੇ ਆਵਾਂ, ਨਵੀਂ ਪੀੜ੍ਹੀ ਦੀ ਸਿਆਸਤ ਵਿੱਚ ਸਾਰੇ ਹੀ ਫਸੇ ਲੱਗਦੇ ਆ, ਔਰ ਸਾਰੇ ਹੀ ਇਹ ਖੁੱਲ ਕੇ ਕਹਿਣ ਤੋਂ ਬਚ ਰਹੇ ਆ ਕਿ ਸਾਡੇ ਤੇ ਲੱਗੇ ਇਲਜ਼ਾਮਾਂ ਦੀ ਨਿਰਪੱਖ ਜਾਂਚ ਕਰਾ ਲਓ, ਅਸੀਂ ਹਾਜ਼ਰ ਹੁੰਨੇ ਆ, ਪੇਸ਼ ਹੁੰਨੇ ਆ। ਸਾਰੇ ਹੀ ਕਹਿੰਦੇ ਆ ਜੀ ਸਾਡੇ ਨਾਲ ਸਿਆਸਤ ਹੋ ਰਹੀ ਆ, ਤੇ ਸਾਰੇ ਅਦਾਲਤਾਂ ਦੇ ਰਾਹ ਰਸਤੇ ਲੱਭਦੇ ਫਿਰਦੇ ਆ। ਮੈਨੂੰ ਦੱਸਿਓ ਕਿ ਇਹ ਕੱਲ ਦੇ ਸਭ ਤੋਂ ਚਮਕਦੇ ਚਿਹਰੇ ਅੱਜ ਧੁੰਦਲੇ ਕਿਉਂ ਨੇ ਤੇ ਅੱਜ ਗ੍ਰਹਿਣੇ ਜੇ ਕਿਉਂ ਲੱਗਦੇ? ਰੰਧਾਵਾ ਜੀ, ਬਿਲਕੁਲ ਤੁਸੀਂ ਦੇਖੋ, ਇਹ ਜਿਹੜੇ ਤੁਸੀਂ ਲੀਡਰਸ ਦੀ ਗੱਲ ਕੀਤੀ, ਇਹ ਸਿਆਸੀ ਨੇਤਾਵਾਂ ਦੀ ਗੱਲ ਕੀਤੀ, ਬੜੇ ਤੇਜ਼ ਤਰਾਰ ਉੱਭਰਦੇ ਹੋਏ ਸਿਤਾਰੇ ਵੱਖਰੀਆਂ ਪਾਰਟੀਆਂ ਤੋਂ, ਚਾਹੇ ਉਹ ਬਿਕਰਮ ਸਿੰਘ ਮਜੀਠੀਆ ਹੋਣ, ਤੇ ਚਾਹੇ ਉਹ ਸਿਮਰਜੀਤ ਸਿੰਘ ਬੈਂਸ ਹੋਣ, ਤੇ ਚਾਹੇ ਸੁਖਪਾਲ ਸਿੰਘ ਖਹਿਰਾ ਹੋਣ। ਮੈਂ ਥੋੜਾ ਜਿਹਾ ਪਿੱਛੇ ਵੀ ਜਾਊਂਗਾ। ਕਿਸੇ ਟਾਈਮ ਪੰਜਾਬ ਦੀ ਆਵਾਜ਼ ਕਹਿ ਜਾਣ ਵਾਲੇ ਜਗਮੀਤ ਸਿੰਘ ਬਰਾੜ, ਜਾਂ ਕਿਸੇ ਟਾਈਮ ਜਿਹੜੇ ਵੀਰ ਦਵਿੰਦਰ ਸਿੰਘ, ਬਹੁਤ ਵਧੀਆ ਵਕਤਾ ਨੇ, ਪ੍ਰਵਕਤਾ ਨੇ, ਤੇ ਬਹੁਤ ਵਧੀਆ ਓਰੇਟਰ ਨੇ, ਸਪੀਚਸ ਬਹੁਤ ਵਧੀਆ ਦਿੰਦੇ ਆ। ਇਹ ਪੰਜਾਬ ਦੀ ਕੁਝ ਤਰਾਸਦੀ ਰਹੀ ਆ ਕਿ ਜਿਹੜੇ ਬੜੇ ਪੜ੍ਹੇ ਲਿਖੇ ਤੇ ਅਗਾਂਹ ਵਧੂ ਜਾਂ ਆਮ ਤੌਰ ਤੇ ਜਿਹੜੇ ਤੇਜ਼ ਤਰਾਰ ਹੁੰਦੇ ਆ, ਨੌਜਵਾਨ ਪੀੜ੍ਹੀ ਤੋਂ ਹੋਣ ਚਾਹੇ ਪੁਰਾਣੀ ਪੀੜ੍ਹੀ ਤੋਂ ਹੋਣ, ਉਹ ਕਿਤੇ ਨਾ ਕਿਤੇ ਸਿਆਸਤ ਦੀ ਦੌੜ ਦੇ ਵਿੱਚ ਗਵਾਚ ਜਾਂਦੇ ਨੇ ਵਿੱਚ ਆ ਕੇ। ਕਹਿੰਦੇ ਨੇ ਕਿ ਜਿਹੜੇ ਬੰਦੇ, ਔਰ ਇਹਦੀਆਂ ਤਮਾਮ ਸਾਡੇ ਐਗਜ਼ਾਮਪਲਸ ਭਰੀਆਂ ਪਈਆਂ, ਬਹੁਤ ਸਾਰੀਆਂ ਉਦਾਹਰਨਾਂ ਭਰੀਆਂ ਪਈਆਂ, ਲੇਕਿਨ ਅੱਜ ਆਪਣਾ ਫੋਕਸ ਇਹਨਾਂ ਤੇ ਆ। ਦੇਖੋ, ਪਹਿਲਾਂ ਆਪਾਂ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਗੱਲ ਕਰ ਲਈਏ। ਇਹਨਾਂ ਤੇ ਇੱਕ 44 ਸਾਲਾਂ ਦੀ ਔਰਤ ਇਲਜ਼ਾਮ ਲਾਉਂਦੀ ਆ, ਜਬਰ ਜਨਾਹ ਦਾ ਇਲਜ਼ਾਮ ਆ, ਤੇ ਉਸ ਤੋਂ ਬਾਅਦ ਲਗਾਤਾਰ ਕੇਸ ਚੱਲਦਾ, ਤੇ ਇਹ ਕਹਿੰਦੇ ਆ ਕਿ ਸਾਨੂੰ ਇਹ ਤਾਂ ਜੀ ਪੋਲੀਟੀਕਲ ਵੈਂਡੇਟਾ ਜਾਂ ਬਦਲੇ ਦੀ ਰਾਜਨੀਤੀ ਇਹਨੂੰ ਕਿਹਾ ਜਾਂਦਾ। ਖੈਰ, ਹੁਣ ਅਦਾਲਤ ਨੇ ਇਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਤੇ ਇਹਨਾਂ ਤੇ, ਯਾਨੀ ਕਿ ਸਿਮਰਜੀਤ ਸਿੰਘ ਬੈਂਸ ਤੇ 6 ਹੋਰ ਵਿਅਕਤੀਆਂ ਤੇ। ਕਿੰਨੀ ਕਿ ਇਹਦੇ ਵਿੱਚ ਪੋਲਿਟਿਕਸ ਆ,
ਜਾਂ ਕਿੰਨੀ ਕੁ ਇਹ 'ਚ ਸੱਚਾਈ ਹੈ, ਇਹ ਤਾਂ ਸਮਾਂ ਦੱਸੂ। ਇਸੇ ਤਰ੍ਹਾਂ ਤੁਸੀਂ ਇੱਕ ਹੋਰ ਨਾਮ ਦਾ ਜ਼ਿਕਰ ਕੀਤਾ, ਉਹ ਹੈ ਬਿਕਰਮ ਸਿੰਘ ਮਜੀਠੀਆ। ਲਗਾਤਾਰ ਉਹਨਾਂ ਤੇ ਵੀ ਦੋਸ਼ ਲੱਗਦੇ ਰਹੇ ਨੇ, ਹਰ ਤਰ੍ਹਾਂ ਦੇ ਦੋਸ਼ ਪਾਰਟੀ ਲਾਉਂਦੀ ਆ, ਲੇਕਿਨ ਉਸ ਤੋਂ ਬਾਅਦ ਉਹ ਆਪ ਅਦਾਲਤ ਚਲੇ ਜਾਂਦੇ ਨੇ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਤੇ ਕਹਿੰਦੇ ਮੈਨੂੰ ਵੀ ਧਿਰ ਬਣਾਇਆ ਜਾਵੇ, ਮੇਰੀ ਵੀ ਗੱਲ ਸੁਣੀ ਜਾਵੇ, ਇਕੱਲੇ ਤੁਸੀਂ ਸਿੱਧਾ ਫੈਸਲਾ ਆਪਣੇ ਆਪ ਤੇ ਨਾ ਕਰ ਦਿਓ। 124 ਪੰਨਿਆਂ ਦੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਉਹ ਇੱਕ ਪਟੀਸ਼ਨ ਦਾਇਰ ਕਰਦੇ ਨੇ। ਖੈਰ, ਪਤਾ ਲੱਗੂਗਾ ਕਿ 6 ਦਸੰਬਰ ਨੂੰ ਕੀ ਹੁੰਦਾ, ਲੇਕਿਨ ਉਹ ਧਿਰ ਬਣਦੇ ਨੇ। ਤੇ ਤੀਸਰੀ ਜਿਹੜੀ ਗੱਲ ਕੀਤੀ ਹੈ ਤੁਸੀਂ ਸੁਖਪਾਲ ਸਿੰਘ ਖਹਿਰਾ ਦੀ, ਕਿਸੇ ਟਾਈਮ ਕਾਂਗਰਸ ਦੇ ਨਾਲ ਰਹੇ, ਫਿਰ ਆਮ ਆਦਮੀ ਪਾਰਟੀ ਚਲੇ ਜਾਂਦੇ, ਤੇ ਫਿਰ ਵਾਪਸ ਕਾਂਗਰਸ ਚ ਆਉਂਦੇ ਆ, ਤੇ ਹੁਣ ਉਹ ਈਡੀ ਦੀ ਹਿਰਾਸਤ ਵਿੱਚ ਆ, ਤੇ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜਤਾ। ਕਹਿਣ ਦਾ ਭਾਵ ਤੁਹਾਡਾ ਬਿਲਕੁਲ ਠੀਕ ਹੈ। ਕੋਈ ਵੀ ਨੇਤਾ, ਔਰ ਇਹਦੇ ਨਾਲ ਆਪਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਸਾਰੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ, ਚਾਹੇ ਉਹ ਲੁਧਿਆਣੇ ਦਾ ਇਲਾਕਾ ਹੋਵੇ, ਚਾਹੇ ਉਹ ਮਜੀਠੇ ਦਾ ਇਲਾਕਾ ਹੋਵੇ, ਚਾਹੇ ਭੁਲੱਥ ਦਾ ਇਲਾਕਾ ਹੋਵੇ, ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਇਹ ਇੱਕ ਤੇਜ਼ ਤਰਾਰ ਸਿਆਸੀ ਨੇਤਾਵਾਂ ਵਜੋਂ ਜਾਣੇ ਜਾਂਦੇ ਆ ਜੀ। ਮਨਪ੍ਰੀਤ ਜੀ, ਮੇਰਾ ਸਵਾਲ ਇੰਨਾ ਹੈ ਕਿ ਮੰਨ ਲਿਆ ਸਿਆਸੀ ਬਦਲਾਖੋਰੀ ਹੈ, ਪਰ ਜੇ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਪੇਸ਼ ਹੋਣ ਦਾ ਮੌਕਾ ਦੇ ਰਹੀ ਆ, ਤੇ ਉਹ ਪੇਸ਼ ਕਿਉਂ ਨਹੀਂ ਹੁੰਦੇ? ਕਿਉਂ ਨਹੀਂ ਹੁੰਦੇ? ਉਹ ਖੁੱਲ ਕੇ ਆਪਣੀ ਇਹਦੇ ਸੰਬੰਧੀ ਗੱਲ ਕਿਉਂ ਨਹੀਂ ਰੱਖਦੇ? ਉਹ ਇਨਸਾਫ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋਣਾ ਚਾਹੁੰਦੇ? ਮੈਂ ਦੂਜੇ ਬੰਨੇ ਬਿਕਰਮ ਸਿੰਘ ਮਜੀਠੀਆ ਦੀ ਵੀ ਗੱਲ ਕਰਦਾ ਹਾਂ। ਸਾਰੇ ਦੋਸ਼ ਬੇਬੁਨਿਆਦ ਹੋ ਸਕਦੇ ਆ, ਸਾਰੇ ਦੋਸ਼ ਮੰਨ ਲੈਂਦੇ ਆ ਕਿ ਬੇਬੁਨਿਆਦ ਆ। ਜੇ ਬਿਕਰਮ ਸਿੰਘ ਮਜੀਠੀਆ ਤੇ ਕਿਸੇ ਵੀ ਤਰ੍ਹਾਂ ਦਾ ਹਰਫ ਨਹੀਂ ਉਹ ਨਿੱਜੀ ਤੌਰ ਤੇ ਸਮਝਦੇ ਆ, ਤਾਂ ਫਿਰ ਉਹ ਕਿਸੇ ਵੀ ਨਿਰਪੱਖ ਜਾਂਚ ਲਈ ਅੱਗੇ ਕਿਉਂ ਨਹੀਂ ਵੱਧਦੇ? ਕਿਸੇ ਵੀ ਨਿਰਪੱਖ ਜਾਂਚ ਲਈ ਉਹ ਅੱਗੇ ਕਿਉਂ ਨਹੀਂ ਵੱਧਦੇ? ਔਰ ਅਦਾਲਤ ਵਿੱਚੋਂ ਸਿਰਫ ਰਾਤ ਕਿਉਂ ਭਾਲ ਰਿਹਾ? ਉਹਨਾਂ ਨੂੰ ਚਾਹੀਦਾ ਕਿ ਇੰਨਾ ਲੰਬਾ ਖਿੱਚਿਆ ਗਿਆ ਕੇਸ ਉਹ ਖੁਦ ਪੇਸ਼ ਹੋ ਕੇ ਕਹਿੰਦੇ ਕਿ ਮੇਰੇ ਨਾਲ ਸੰਬੰਧਿਤ ਜਿੰਨੇ ਡਾਟਾ, ਅੰਕੜਾ ਜਾਂ ਜੋ ਵੀ ਤੱਥ ਤੁਹਾਨੂੰ ਲੱਗਦੇ ਆ, ਉਹਨਾਂ ਤੇ ਜਾਂਚ ਕਰਾਓ, ਸੁਰਖਰੂ ਹੋ ਕੇ ਸਿਆਸਤ ਕਰਦੇ। ਉਹਨਾਂ ਦੀ ਸਿਆਸਤ ਬਹੁਤ ਪਈ ਆ, ਅਜੇ ਛੋਟੀ ਉਮਰ ਆ, ਅੱਗੇ ਤੱਕ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਜਾਣਾ ਹੁੰਦਾ। ਤੇ ਇਸੇ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਖੁੱਲ ਕੇ ਕਿਉਂ ਨਹੀਂ ਦੱਸਦੇ ਕਿ ਜੇ ਉਹਨਾਂ ਵਿਦੇਸ਼ਾਂ ਚੋਂ ਪੈਸੇ ਲਿਆਂਦੇ ਆ 2017 ਦੀ ਇਲੈਕਸ਼ਨ ਤੋਂ ਪਹਿਲਾਂ, ਆਮ ਆਦਮੀ ਪਾਰਟੀ ਲਈ ਹੀ ਚੋਣ ਫੰਡ ਅਰੇਂਜ ਕੀਤਾ ਹੈ, ਤਾਂ ਫਿਰ ਉਹ ਪੈਸਿਆਂ ਦਾ ਹਿਸਾਬ ਕਿੱਥੇ ਰੱਖਿਆ ਗਿਆ, ਕਿਹੜੇ ਖਾਤਿਆਂ ਰਾਹੀਂ ਪੰਜਾਬ ਚ ਆਏ ਨੇ, ਜਾਂ ਕਿੱਦਾਂ ਕਿੱਦਾਂ ਕਿਹਨੂੰ ਹੈਂਡਓਵਰ ਕੀਤੇ ਆ? ਫਿਰ ਤੁਸੀਂ ਇਹ ਵੀ ਧਾਂਦਲੀ ਹੋਈ ਨਾ ਕਿ ਜੇਕਰ ਤੁਸੀਂ ਇਧਰੋਂ ਪੈਸੇ ਲਿਆ ਕੇ ਇਹਨੂੰ ਫੜਾ ਤੇ ਕੋਈ ਹਿਸਾਬ ਹੀ ਨਹੀਂ ਰੱਖਿਆ, ਇੱਕ ਡਾਇਰੀ ਤੇ ਲਿਖ ਲਏ। ਆਖਰਕਾਰ ਤਾਂ ਕੋਈ ਤੁਸੀਂ ਸਿਆਸਤ ਬਦਲਣ ਆਏ ਸੀਗੇ, ਕੋਈ ਤਾਂ ਚਿੱਟਾ ਚੁੱਟਾ ਰੱਖਦੇ ਨਾ, ਵੀ ਮੇਰਾ ਮਤਲਬ ਸਫੈਦ ਪੇਪਰ, ਬੈਂਕ ਅਕਾਊਂਟ ਹੁੰਦੇ, ਇੱਕ ਤੋਂ ਦੂਜੇ ਥਾਣੀ ਟ੍ਰਾਂਜੈਕਸ਼ਨ ਹੁੰਦੀ, ਪਤਾ ਲੱਗਦਾ ਵੀ ਆਏ ਕਿੱਥੋਂ, ਖਰਚੇ ਗਏ ਕਿੱਥੇ ਤੇ ਖਰਚੇ ਕਿੱਥੇ। ਸੋ ਮੈਂ ਸਿੱਧਾ ਸਵਾਲ ਪੁੱਛਦਾ ਕਿ ਖੁਦ ਪੇਸ਼ ਹੋ ਕੇ ਤਿੰਨੋਂ ਲੀਡਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਕਿਉਂ ਨਹੀਂ ਕਹਿੰਦੇ? ਬਚਦੇ ਕਿਉਂ ਫਿਰਦੇ? ਰੰਧਾਵਾ ਜੀ, ਸਵਾਲ ਤੁਹਾਡਾ ਵਾਕਈ ਬਹੁਤ ਵਾਜਬ ਆ, ਔਰ ਚਾਹੀਦਾ ਇਸੇ ਤਰ੍ਹਾਂ। ਦਰਅਸਲ ਆਪਾਂ ਇਹਨਾਂ ਦੀ ਵਕਾਲਤ ਤਾਂ ਨਹੀਂ ਕਰਦੇ, ਪਰ ਮੈਨੂੰ ਲੱਗਦਾ ਸਾਡੀ ਸਿਆਸਤ ਦੇ ਵਿੱਚ ਅਦਾਲਤਾਂ ਦੇ ਵਿੱਚੋਂ ਇਨਸਾਫ ਮਿਲਣ ਨੂੰ ਬਹੁਤ ਦੇਰੀ ਲੱਗ ਜਾਂਦੀ ਆ। ਜੀ, ਬਹੁਤ ਤਰ੍ਹਾਂ ਦੇ, ਸਾਨੂੰ ਵੀ ਪਤਾ ਅਦਾਲਤਾਂ ਤੇ ਬੜਾ ਬੋਝ ਆ, ਕਈ ਵਾਰੀ ਜੱਜਾਂ ਦੀ ਗਿਣਤੀ ਘੱਟ ਹੁੰਦੀ ਆ, ਜਾਂ ਉਹਨਾਂ ਤੇ ਕੇਸ ਜਿਹੜੇ ਆ ਇੰਨੇ ਪੈਂਡਿੰਗ ਹੁੰਦੇ ਆ। ਜਿਹੜੇ ਸਿਆਸਤਦਾਨ ਆ, ਉਹਨਾਂ ਨੂੰ ਲੱਗਦਾ ਕਿ ਜੇ ਕੇਸ ਲੰਬੇ ਚੱਲ ਗਏ ਜਾਂ ਸਾਨੂੰ ਇਨਸਾਫ ਸਮੇਂ ਸਿਰ ਨਾ ਮਿਲਿਆ, ਤੇ ਸਾਡੀ ਜੀ, ਜਿਹੜੀ ਸਿਆਸਤ ਆ, ਉਹ ਜਿਹੜੇ ਵਿਰੋਧੀ ਆ, ਉਹ ਲਾਹਾ ਲੈ ਲੈਣਗੇ, ਤੇ ਸਾਡੀ ਜਿਹੜੀ ਸਿਆਸਤ ਆ ਉਹ ਵਿੱਚੇ ਖਤਮ ਹੋ ਜਾਊਗੀ। ਆਮ ਜੀ, ਤੌਰ ਤੇ ਤੁਸੀਂ ਦੇਖੋ, ਬਹੁਤ ਘੱਟ ਇਸ ਤਰ੍ਹਾਂ ਦੇ ਕੇਸ ਹੁੰਦੇ ਆ ਜਿਹੜੇ ਵਾਕਿਆ ਜਾ ਕੇ ਕਿਸੇ ਨਤੀਜੇ 'ਚ ਪਹੁੰਚਦੇ ਆ, ਕੋਈ ਉਹਨਾਂ ਦਾ ਰਿਜ਼ਲਟ ਆਉਂਦਾ। ਅਸੀਂ ਚਾਹੁੰਦੇ ਆ, ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ, ਔਰ ਉਹਨਾਂ ਨੇ ਸਾਰੇ ਹਾਈ ਕੋਰਟਸ ਨੂੰ, ਪੂਰੇ ਭਾਰਤ ਦੀਆਂ ਹਾਈ ਕੋਰਟਸ ਨੂੰ ਹਦਾਇਤਾਂ ਦਿੱਤੀਆਂ ਕਿ ਭਾਈ ਜਿਹੜੇ ਪੋਲੀਟੀਸ਼ੀਅਨਸ ਦੇ, ਜਿੱਥੇ ਖਾਸ ਤੌਰ ਤੇ MP, MLAs ਇਹ ਸਾਰੇ ਇਨਵੋਲਵਡ ਨੇ ਜਾਂ ਉਹ ਸ਼ਾਮਿਲ ਨੇ, ਉਹਨਾਂ ਨੂੰ ਤਰਜੀਹ ਦੇ ਤੌਰ ਤੇ, ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰੋ, ਤਾਂ ਕਿ ਪਤਾ ਲੱਗੇ ਕਿ ਉਹਨਾਂ ਵਿੱਚ ਕੀ ਹੈ, ਕਿਤੇ ਬਦਲੇ ਦੀ ਰਾਜਨੀਤੀ ਤਾਂ ਨਹੀਂ ਚੱਲ ਰਹੀ। ਸੋ ਕਹਿਣ ਦਾ ਮਤਲਬ ਵੀ ਇਹ ਵੀ ਉਹਨਾਂ ਦਾ ਇੱਕ ਕਾਰਨ ਬਣਦਾ ਹੋ ਸਕਦਾ, ਕਿਉਂਕਿ ਅਦਾਲਤਾਂ ਦੇ ਕਈ ਵਾਰੀ ਕੇਸ ਇੰਨੇ ਲੰਬੇ ਖਿੱਚ ਜਾਂਦੇ ਨੇ ਕਿ ਜਿਹੜੇ ਵਿਅਕਤੀ ਚਾਹੇ ਨੌਜਵਾਨ ਵੀ ਕਿਉਂ ਨਾ ਹੋਣ, ਉਹਨਾਂ ਨੂੰ ਲੱਗਦਾ ਕਿ ਜੇ ਸਮਾਂ ਲੰਮਾ ਪੈ ਗਿਆ ਤੇ ਸਾਡੀ ਸਿਆਸਤ ਉਹ ਨਹੀਂ ਰਹੀ, ਨਹੀਂ ਜਿਹੜੇ ਵਿਰੋਧੀ ਆ ਉਹ ਸਾਡਾ ਲਾਹਾ ਲੈ ਜਾਣਗੇ। ਜੀ ਰੰਧਾਵਾ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹ ਡਰ ਨੇ ਕਿ ਕਿਤੇ ਇਹ ਨਾ ਹੋਵੇ ਵੀ ਇੱਕ ਵਾਰੀ ਫਸ ਗਏ ਤਾਂ ਮੁੜ ਕੇ ਉਹਦੇ ਚੋਂ ਨਿਕਲਣਾ ਜਾਂ ਉਹਦੇ ਚ ਕਲੀਨ ਚਿਟ ਮਿਲਣ ਚ ਅਗਲੇ 10 ਸਾਲ ਲੱਗ ਜਾਣ। ਇਹ ਡਰ ਇਹ ਹਰ ਬੰਦੇ ਦਾ ਹੀ ਆ, ਔਰ ਪੋਲੀਟੀਸ਼ੀਅਨਸ ਦਾ ਵੀ ਮੈਨੂੰ ਲੱਗਦਾ ਜਾਇਜ਼ ਆ। ਪਰ ਜਿਹੜੀ ਧੂੜ ਉੱਡਦੀ ਫਿਰਦੀ ਆ, ਇਹ ਉਦੋਂ ਹੀ ਬਹਿੰਦੀ ਆ ਜਦੋਂ ਇਲੈਕਸ਼ਨ ਹੋ ਜਾਂਦੀ, ਫਿਰ 2-3 ਸਾਲ ਬੈਠੀ ਰਹਿੰਦੀ ਆ, ਫਿਰ ਉੱਡਣੀ ਸ਼ੁਰੂ ਹੋ ਜਾਂਦੀ ਆ।
ਖੈਰ ਜੀ ਕੇਜਰੀਵਾਲ ਸਾਹਿਬ ਪੰਜਾਬ ਦਾ ਦੌਰਾ ਕਰਨ ਲੱਗੇ ਆ, ਫਿਰ ਮਿਸ਼ਨ ਪੰਜਾਬ ਦੀ ਆਰੰਭਤਾ ਕਰਨ ਲੱਗੇ ਆ, ਲੇਕਿਨ ਉਹਨਾਂ ਦੀ ਪਾਰਟੀ ਦੇ ਪ੍ਰੈਜ਼ੀਡੈਂਟ ਕਹਿੰਦੇ ਕਿ ਮੈਂ ਤਾਂ ਇਦਾਂ ਕਰਤਾਰਪੁਰ ਸਾਹਿਬ ਮੱਥਾ ਟੇਕਣ ਨਹੀਂ ਜਾਣਾ, ਜੇ ਸਾਨੂੰ ਪਾਬੰਦੀਆਂ 'ਚ ਲੈ ਕੇ ਜਾਣਾ ਸਾਡਾ ਪੂਰਾ ਵਫਦ ਨਹੀਂ ਭੇਜਣਾ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸਾਹਿਬਾਂ ਵੀ ਸ਼ਾਇਦ 101 ਨਾਂ ਭੇਜੇ ਸੀ ਉਹਨਾਂ ਦੇ, ਰਾਤ ਦੇਰ ਤੱਕ ਸ਼ਾਇਦ 19 ਕੁ ਨਾਂ ਕਲੀਅਰ ਗਵਰਨਮੈਂਟ ਵੱਲੋਂ ਹੋਏ ਸੀ। ਅੱਜ ਮੈਨੂੰ ਸ਼ੱਕ ਹੈ ਕਿ ਉਹ ਸਰਹੱਦ ਪਾਰ ਕਰਨ, ਸ਼ਾਇਦ ਅੱਜ ਜਿਹੜਾ ਡੇਰਾ ਬਾਬਾ ਨਾਨਕ ਦਾ ਉਹ ਸਥਲ ਆ ਉੱਥੇ ਹੀ ਗੁਰਪੁਰਬ ਮਨਾਇਆ ਜਾਵੇ। ਸਰਕਾਰਾਂ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਲੱਗਦਾ ਉੱਥੇ ਗੁਰਬਾਣੀ ਕੀਰਤਨ ਕਰਦਿਆਂ ਪ੍ਰੋਟੈਸਟ ਕਰੂਗੀ। ਤੇ ਨਾਲ ਦੀ ਨਾਲ ਇਤਨਾ ਘਟਨਾਵਾਂ ਨੂੰ ਜੋੜ ਕੇ ਵੇਖੀਏ ਕਿ ਬੀਜੇਪੀ ਦਾ ਵਫਦ ਗਿਆ, ਉਹ ਕਹਿੰਦੇ ਕੋਈ ਸਿਆਸੀ ਗੱਲ ਨਹੀਂ। ਜੇ ਇੱਥੇ ਥੋੜਾ ਜਿਹਾ ਕ੍ਰੈਡਿਟ ਤੁਸੀਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਦੇ ਦਿਓ ਤੇ ਕੋਈ ਬੁਰੀ ਗੱਲ ਨਹੀਂ, ਕਿਉਂਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਲੱਗਿਆ ਦਹਾਕਿਆਂ ਦਾ ਸਮਾਂ ਲੱਗ ਗਿਆ। ਪਾਕਿਸਤਾਨ ਗਵਰਨਮੈਂਟ ਬਹੁਤ ਪਹਿਲਾਂ ਕਹਿ ਚੁੱਕੀ ਸੀ, ਡਾਕਟਰ ਮਨਮੋਹਨ ਸਿੰਘ ਸਿੱਖ ਪ੍ਰਧਾਨ ਮੰਤਰੀ ਸੀ, ਉਹ ਵੀ ਜੁਰਤ ਨਹੀਂ ਕਰ ਪਾਏ, ਬੜੇ ਵਫਦ ਗਏ। ਵਡਾਲਾ ਸਾਹਿਬ ਤਾਂ ਪਤਾ ਨਹੀਂ ਦਹਾਕਿਆਂ ਤੱਕ ਹੀ ਉੱਥੇ ਜਾ ਕੇ ਅਰਦਾਸ ਕਰਦੇ ਰਹੇ, ਉਹਨਾਂ ਦੇ ਪੁੱਤਰ ਨੂੰ ਵੀ ਦਰਕਨਾਰ ਕਰਤਾ ਗਿਆ। ਚੰਗਾ ਹੁੰਦਾ ਕਿ ਪਹਿਲੇ ਜਥੇ ਵਿੱਚ ਐਤਕੀ ਵੀ ਉਹਨਾਂ ਨੂੰ ਖੜਿਆ ਜਾਂਦਾ। ਬਹੁਤ ਸਾਰੀਆਂ ਗੱਲਾਂ ਨੇ, ਕਿੰਨੇ ਸਾਰੇ ਸਵਾਲ ਇਕੱਠੇ ਨੇ। ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਇੱਕ ਬਹੁਤ ਸਾਰਥਕ ਤੇ ਤਗੜਾ ਕਦਮ ਚੱਕਿਆ ਸੀ। ਜੇ ਪਾਕਿਸਤਾਨ ਲੱਖ ਵਾਰੀ ਕਹੀ ਜਾਂਦਾ ਜੇ ਭਾਰਤ ਸਰਕਾਰ ਪਰਮਿਸ਼ਨ ਨਾ ਦਿੰਦੀ ਤੇ ਔਖਾ ਸੀ। ਸਿਆਸਤ ਜਿੰਨੀ ਮਰਜ਼ੀ ਕਰੀਏ, ਜਿੱਥੇ ਕੋਈ ਚੰਗਾ ਹੈ ਉਹਨੂੰ ਮਾੜਾ ਜਾਂ ਚੰਗਾ ਕਹਿਣ ਚ ਵੀ ਕੀ ਹਰਜਾ। ਇਹ ਸਾਰੀ ਸਿਆਸਤ ਨੂੰ ਇਕੱਠੀ ਕਰਕੇ ਮੈਨੂੰ ਦੱਸਿਓ ਇਹਦੇ ਅਰਥ ਕੀ ਕੱਢੀਏ ਅੱਜ। ਦੇਖੋ, ਗੱਲ ਦਰਅਸਲ ਇਹ ਆ ਕਿ ਇਹ ਸਾਡੇ ਜਿਹੜੇ ਸਿਆਸੀ ਨੇਤਾ ਨੇ, ਸਾਡੇ ਰਾਜਨੇਤਾ, ਸਾਡੇ ਲੀਡਰ, ਕਈ ਵਾਰੀ ਇਹਨਾਂ ਨੂੰ ਲੱਗਦਾ ਕਿ ਜਿਹੜੀ ਸੰਕੇਤਿਕ ਆ, ਜਿਹੜੀ ਸਿੰਬੋਲਿਕ ਰਾਜਨੀਤੀ ਹੈ, ਸ਼ਾਇਦ ਉਹਦੇ ਭਾਵ ਜਾਂ ਉਹਦਾ ਸੰਦੇਸ਼ ਬਹੁਤ ਲੋਕਾਂ ਤੱਕ ਜਾਂਦਾ, ਉਹ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦਾ। ਤੀਰਥ ਸਥਾਨਾਂ ਤੇ ਜਾਣਾ, ਧਾਰਮਿਕ ਸਥਾਨਾਂ ਤੇ ਜਾਣਾ ਆਪਣਾ ਸਾਰਿਆਂ ਦਾ ਹੱਕ ਆ, ਆਪਣੀ ਸ਼ਰਧਾ ਤੇ ਸਾਡੀ ਆਸਥਾ ਦਾ ਸਵਾਲ ਹੈ। ਮੈਨੂੰ ਨਹੀਂ ਲੱਗਦਾ ਤੁਸੀਂ ਅੱਜ ਰੰਧਾਵਾ ਜੀ ਸਟੂਡੀਓ 'ਚ ਬੈਠ ਕੇ ਜਾਂ ਮੈਂ ਇੱਥੇ ਬੈਠ ਕੇ ਸਾਡੇ ਅੰਦਰ ਕਿਸੇ ਤਰ੍ਹਾਂ ਦੀ ਵੀ ਆਸਥਾ ਦੀ ਕਿਸੇ ਤਰ੍ਹਾਂ ਦੀ ਕਮੀ ਆ। ਸਾਨੂੰ ਵੀ ਓਨਾ ਹੀ ਜਿਹੜੀ ਸ਼ਰਧਾ, ਕਿਉਂਕਿ ਗੁਰਪੁਰਬ ਦਾ ਦਿਨ ਆ 552ਵਾਂ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਜਨਮ ਦਿਹਾੜਾ। ਲੇਕਿਨ ਇਹ ਜਿਹੜੀ ਸਿਆਸਤ ਹੋ ਜਾਂਦੀ ਹੈ, ਜਿਸ ਤਰ੍ਹਾਂ ਤੁਸੀਂ SGPC ਦੀ ਗੱਲ ਕੀਤੀ ਹੈ ਕਿ ਸਾਡਾ ਤਾਂ 100 ਤੋਂ ਵੱਧ ਦਾ ਜੱਥਾ, ਉਹ ਕਹਿੰਦੇ ਭਾਈ ਜੱਥਾ ਆਪਣਾ ਘਟਾ ਲਓ, ਥੋੜਾ ਜਿਹਾ ਦੇਖ ਲਓ, 20-30 ਤੇ ਲੈ ਆਓ। ਅਸੀਂ ਕਹਿੰਦੇ ਉਹ ਮੰਨਣਾ ਨਹੀਂ। ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਸਾਡਾ ਜੱਥਾ ਨਹੀਂ ਗਿਆ। ਕੁਝ ਜੱਥਿਆਂ ਨੂੰ ਪਰਮਿਸ਼ਨ ਮਿਲ ਜਾਂਦੀ ਆ। ਇਹਨਾਂ ਸਾਰਿਆਂ ਨੂੰ ਲੱਗਦਾ ਕਿ ਜਿਹੜਾ ਪਿੱਛੇ ਰਹਿ ਗਿਆ ਸ਼ਾਇਦ ਸਿਆਸਤ 'ਚ ਵੀ ਪਿੱਛੇ ਰਹਿ ਗਿਆ। ਇਹਨਾਂ ਨੂੰ ਇਹ ਨਹੀਂ ਪਤਾ। ਤੁਸੀਂ ਕੁਲਦੀਪ ਸਿੰਘ ਵਡਾਲਾ ਹੋਣਾ ਦੀ ਗੱਲ ਕੀਤੀ ਰੰਧਾਵਾ ਜੀ, ਮੈਨੂੰ ਬੜੀ ਵਾਰੀ ਉਹਨਾਂ ਦੇ ਨਾਲ ਜਾ ਕੇ ਡੇਰਾ ਬਾਬਾ ਨਾਨਕ ਜਾਣ ਦਾ ਉਹਨਾਂ ਦੇ ਨਾਲ ਵੀ ਮੌਕਾ ਮਿਲਿਆ ਤੇ ਉੱਥੇ ਜਾ ਕੇ ਅਸੀਂ ਦੂਰਬੀਨ ਰਾਹੀਂ ਕੋਸ਼ਿਸ਼ ਕਰਦੇ ਹੁੰਦੇ ਸੀ। ਸਾਰੇ ਬੜੇ ਉਤਸ਼ਾਹ ਹੁੰਦਾ ਸੀ ਕਿ ਸ਼ਾਇਦ ਕਦੇ ਲਾਂਘਾ ਖੁੱਲੂਗਾ। ਬੜੇ ਉਹਨਾਂ ਨੇ ਯਤਨ ਕੀਤੇ। ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਸਪੁੱਤਰ ਨੇ ਗੁਰਪ੍ਰਤਾਪ ਸਿੰਘ ਵਡਾਲਾ, ਉਹ ਵੀ ਇਸ ਗੱਲ ਨੂੰ ਯਾਦ ਕਰਦੇ। ਮੇਰਾ ਕਹਿਣ ਦਾ ਮਤਲਬ ਕਿ ਸਾਰੇ ਇਹ ਧਿਰ ਜਾਂਦੇ ਜ਼ਰੂਰ ਨੇ, ਤੀਰਥ ਸਥਾਨਾਂ ਤੇ ਜਾਓ, ਲੋਕਾਂ ਨੂੰ ਤੁਸੀਂ ਜ਼ਰੂਰ ਦੱਸੋ ਕਿ ਤੁਹਾਡੀ ਬਹੁਤ ਸ਼ਰਧਾ, ਲੇਕਿਨ ਇਸ ਦੀ ਆੜ ਦੇ ਵਿੱਚ ਸਿਰਫ ਇਸੇ ਵਿੱਚ ਤੁਸੀਂ ਸਿਆਸਤ ਜੇ ਲੱਭਦੇ ਹੋ ਤੇ ਮੈਨੂੰ ਲੱਗਦਾ ਕਿ ਲੋਕ ਸ਼ਾਇਦ ਇਹਨਾਂ ਗੱਲਾਂ ਨੂੰ ਇੰਨਾ ਬਹੁਤ ਜ਼ਿਆਦਾ ਤਰਜੀਹ ਨਹੀਂ ਦਿੰਦੇ, ਬਹੁਤ ਜ਼ਿਆਦਾ ਇਸ ਨੂੰ ਉਸ ਹਿਸਾਬ ਨਾਲ ਨਹੀਂ ਮਿਲਦੇ ਕਿ ਤੁਹਾਨੂੰ ਵੋਟਾਂ ਪਾ ਦੇਣਗੇ। ਹਾਂ, ਤੁਹਾਡੀ ਕਿਸੇ ਵੀ ਚੀਜ਼ 'ਚ ਆਸਥਾ। ਸੋ ਇਹਨਾਂ ਇੱਕ ਤਾਂ ਇਹ ਚੀਜ਼ ਧਿਆਨ ਰੱਖੋ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਅਰਵਿੰਦ ਕੇਜਰੀਵਾਲ ਹੋਣਾ ਦੀ ਕਿ ਉਹ ਮਿਸ਼ਨ ਪੰਜਾਬ ਸ਼ੁਰੂ ਕਰਨ ਲੱਗੇ ਆ। ਰੰਧਾਵਾ ਜੀ ਯਾਦ ਕਰੋ ਕਿ ਇਹਨਾਂ ਨੇ 14 ਨਵੰਬਰ ਨੂੰ ਆਉਣਾ ਸੀ ਪਹਿਲਾਂ। ਖੈਰ ਇਹਨਾਂ ਦੀ ਐਨ ਮੌਕੇ ਪਹਿਲਾਂ ਮੋਗੇ ਇਹਨਾਂ ਨੇ ਆਉਣਾ ਸੀ ਤੇ ਫਿਰ ਇਹਨਾਂ ਦੀ ਜਿਹੜੀ ਫੇਰੀ ਆ ਉਹ ਕੈਂਸਲ ਹੋ ਜਾਂਦੀ ਆ। ਉਸੇ ਦੌਰਾਨ ਮੋਗੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਖਾਸ ਤੌਰ ਤੇ ਸੋਨੂ ਸੂਦ ਨੂੰ ਲੈ ਕੇ, ਜਿਨ੍ਹਾਂ ਦੇ ਬਾਰੇ ਲਗਾਤਾਰ ਚਰਚੇ ਇਹ ਬਣੇ ਹੋਏ ਸੀ ਕਿ ਸ਼ਾਇਦ ਉਹ ਆਮ ਆਦਮੀ ਪਾਰਟੀ ਜਾ ਜਾਣ। ਫਿਰ ਉਹਨਾਂ ਦੀਆਂ ਮੁਲਾਕਾਤਾਂ ਕਾਂਗਰਸ ਨਾਲ ਹੁੰਦੀਆਂ ਤੇ ਫਿਰ ਪਤਾ ਲੱਗਦਾ ਕਿ ਸ਼ਾਇਦ ਜਿਹੜੀ ਉਹਨਾਂ ਦੀ ਭੈਣ ਆ ਮਾਲਵਿਕਾ ਸੂਦ ਉਹ ਕਾਂਗਰਸ ਚ ਆ ਜਾਏ, ਪਰ ਹਜੇ ਤੱਕ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਐਲਾਨ ਨਹੀਂ ਕੀਤਾ। ਅੱਜ ਜਿਹੜੀ ਫੋਟੋ ਛਪੀ ਆ ਉਹ ਸੁਖਬੀਰ ਸਿੰਘ ਬਾਦਲ ਨਾਲ ਛਪ ਗਈ। ਇਹ ਵੀ ਚਲੋ ਹੁਣ ਤੁਸੀਂ ਗੱਲ ਛੇੜ ਲਈ ਤੇ ਇਹਦੇ ਅਰਥ ਵੀ ਸਮਝਾਓ। ਅੱਜ ਸੁਖਬੀਰ ਸਿੰਘ ਬਾਦਲ ਨਾਲ ਜੱਫੀ ਪਾਈ ਸੀ, ਸੋਨੂ ਸੂਦ ਕਿਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਵੀ ਮੇਰੀ ਭੈਣ ਦੇ ਖਿਲਾਫ ਕੋਈ ਵੀ ਪਾਰਟੀ ਕੈਂਡੀਡੇਟ ਖੜਾ ਨਾ ਕਰੇ ਤੇ ਮੈਂ ਸਾਰਿਆਂ ਦਾ ਸਾਂਝਾ, ਮੈਨੂੰ ਮੰਨ ਲਓ। ਪਰ ਅਜੇ ਸ਼ਾਇਦ ਸੋਨੂ ਸੂਦ ਨੂੰ ਇਹ ਨਹੀਂ ਪਤਾ ਵੀ ਇਹ ਖੜੱਪੇ ਐਡੇ ਸੌਖਿਆਂ ਬੀਨ ਤੇ ਨਹੀਂ ਨੱਚਣ ਵਾਲੇ। ਕੀ ਕਹਿੰਦੇ ਹੋ? ਬਿਲਕੁਲ। ਔਰ ਤੁਸੀਂ ਇਹ ਦੇਖੋ ਕਿ ਜਿੰਨਾਂ ਦਿਨਾਂ ਦੇ ਵਿੱਚ ਉਹ ਕਾਂਗਰਸ ਦੇ ਚਾਹੇ ਮੁੱਖ ਮੰਤਰੀ ਨੂੰ ਮਿਲ ਰਹੇ ਸੀਗੇ ਤੇ ਚਾਹੇ ਪ੍ਰਧਾਨ ਨੂੰ ਮਿਲ ਰਹੇ ਸੀ, ਉਹਨਾਂ ਮੁਲਾਕਾਤਾਂ ਦੇ ਦੌਰਾਨ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਤਾਰੀਫ ਕਰਦੇ ਸੀ। ਦੇਖੋ, ਸੋਨੂ ਸੂਦ ਜਿਹੜਾ ਕਹਿੰਦਾ ਹੁੰਦਾ ਨਾ ਦੁੱਧ ਦਾ ਸੜਿਆ ਹੋਇਆ ਲੱਸੀ ਵੀ ਫੂਕ ਫੂਕ ਕੇ ਪੀਂਦਾ, ਇਸੇ ਤਰ੍ਹਾਂ ਦੀ ਗੱਲ ਹੋਈ ਹੈ ਕਿ ਜਦੋਂ ਉਹ
ਇੱਕ ਦੋ ਮੁਲਾਕਾਤਾਂ ਉਹਨਾਂ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਹੋਈਆਂ, ਨਾਲ ਦੀ ਨਾਲ ਇਨਕਮ ਟੈਕਸ ਦੇ ਛਾਪੇ ਪੈਣੇ ਸ਼ੁਰੂ ਹੋ ਗਏ। ਉਹ ਬੜੀ ਵਾਰੀ ਆਪਣੀਆਂ ਇੰਟਰਵਿਊ ਜਾ ਕੇ ਕਹਿੰਦੇ ਆ ਕਿ ਭਾਈ ਮੇਰੇ ਤੋਂ ਇੱਕ ਇੱਕ ਪੈਸੇ ਦਾ ਹਿਸਾਬ ਲੈ ਲਓ, ਇਹ ਨਹੀਂ ਹੈ ਜੋ ਮੈਂ ਹੁੰਦਾ, ਮੈਂ ਕਿਸੇ ਤਰ੍ਹਾਂ ਦਾ ਕੋਈ ਗਬਨ ਨਹੀਂ ਕੀਤਾ, ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਨਹੀਂ ਕੀਤੀ। ਸੋ ਉਹ ਹੱਥ ਉਹਨਾਂ ਨੂੰ ਲੱਗ ਚੁੱਕਿਆ। ਉਹਨਾਂ ਨੂੰ ਲੱਗਦਾ ਕਿ ਜੇ ਮੈਂ ਕਿਤੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਜਾਂ ਕਿਸੇ ਵੀ ਐਸੀ ਪਾਰਟੀ ਦੇ ਨਾਲ ਚਲਾ ਗਿਆ ਤੇ ਹੋ ਸਕਦਾ ਕਿਤੇ ਮੇਰੇ ਮਾੜੇ ਦਿਨ ਦੁਬਾਰਾ ਨਾ ਆ ਜਾਣ। ਇੱਕ ਚੀਜ਼ ਮੈਂ ਇਹਦੇ ਨਾਲ ਹੋਰ ਜੋੜਦਾ, ਉਹਨਾਂ ਦਿਨਾਂ 'ਚ ਸਾਰੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਹਾਨੂੰ ਕਿਸੇ ਨੇ ਅਪਰੋਚ ਕੀਤਾ ਕੋਈ ਰਾਜ ਸਭਾ ਦੀ ਜਾਂ ਕਿਸੇ ਤਰ੍ਹਾਂ ਲੋਕ ਸਭਾ ਦੀ ਸੀਟ ਲਈ? ਉਹ ਕਹਿੰਦੇ ਕੀਤਾ, ਪਰ ਮੈਂ ਕੈਮਰੇ ਤੇ ਨਹੀਂ ਦੱਸਣਾ, ਮੈਂ ਔਨ ਰਿਕਾਰਡ ਨਹੀਂ ਦੱਸਣਾ, ਮੇਰੇ ਤੋਂ ਪਾਸੇ ਹੋ ਕੇ ਪੁੱਛ ਲਓ, ਮੈਂ ਸਾਰਾ ਕੁਝ ਦੱਸ ਦੂੰਗਾ। ਸੋ ਦੇਖੋ ਕਿਤੇ ਨਾ ਕਿਤੇ ਉਹ ਡਰੇ ਆ। ਦੇਖੋ ਕੰਮ ਜਿਹੜਾ ਉਹਨਾਂ ਦਾ, ਇੱਕ ਕਲਾਕਾਰ ਹੁੰਦਾ, ਉਹਨੂੰ ਲੱਗਦਾ ਕਿ ਮੈਂ ਕੋਈ ਕਲਾਕਾਰੀ ਕਰਦਾ ਜਾਂ ਮੈਂ ਕੋਈ ਸੇਵਾ ਕਰਦਾ, ਸਮਾਜ ਦੀ ਸੇਵਾ ਕਰਦਾ, ਤੇ ਮੈਨੂੰ ਚੁੱਪ ਚੁਪੀਤੇ ਕਰ ਲੈਣ ਦੋ। ਤੇ ਜੇ ਮੈਂ ਕੋਈ ਊਣਤਾਈਆਂ ਹੈਗੀਆਂ ਜਾਂ ਸ਼ਾਰਟਕਮਿੰਗਸ ਆ ਜਾਂ ਮੈਂ ਕੋਈ ਗਲਤੀਆਂ ਕੀਤੀਆਂ, ਹੇਰਾਫੇਰੀ ਕੀਤੀ, ਤੇ ਉਹਦੀ ਬਣਦੀ ਸਜ਼ਾ ਦੇ ਦਿਓ। ਲੇਕਿਨ ਸਿਰਫ ਐਵੇਂ ਘੜੀਸੀ ਫਿਰਨਾ, ਮੈਨੂੰ ਲੱਗਦਾ ਇਹਦੇ ਨਾਲ ਜਿਹੜੀ ਆ ਉਹ ਜ਼ਿਆਦਾ ਬਦਨਾਮੀ ਹੁੰਦੀ ਆ। ਵਾਪਸ ਆਉਂਦੇ ਆ ਅਰਵਿੰਦ ਕੇਜਰੀਵਾਲ ਹੋਣਾ ਦੀ ਜਿਹੜੀ ਰਾਜਨੀਤੀ ਤੇ। ਦੇਖੋ ਭਗਵੰਤ ਮਾਨ ਪਿਛਲੇ ਦਿਨਾਂ ਦੇ ਵਿੱਚ ਥੋੜੀ ਚੁੱਪ ਵੀ ਰਹੇ, ਲੇਕਿਨ ਹੁਣ ਫੇਰ ਉਹ ਦੁਬਾਰਾ ਲੱਗਦਾ ਕਿ ਸਰਗਰਮ ਹੋ ਰਹੇ ਆ। ਸ਼ਾਇਦ ਉਹਨਾਂ ਨੂੰ ਹੋ ਸਕਦਾ ਉਹ ਬਾਰ-ਬਾਰ ਕਦੇ ਰੁੱਸ ਜਾਂਦੇ ਆ, ਕਦੇ ਉਹਨਾਂ ਨੂੰ ਮਨਾ ਲਿਆ ਜਾਂਦਾ, ਲੇਕਿਨ ਸਭ ਤੋਂ ਵੱਡੀ ਗੱਲ ਉਹਨਾਂ ਲਈ ਅੱਜ ਵੀ ਜਿਹੜਾ ਸਵਾਲ ਉਹ ਇਹ ਰਹੇਗਾ ਕਿ ਕਦੋਂ ਤੁਸੀਂ ਆਪਣਾ ਚਿਹਰਾ ਲੈ ਕੇ ਆਉਣਾ, ਕਦੋਂ ਤੁਸੀਂ ਆਪਣਾ ਮੁੱਖ ਮੰਤਰੀ ਦਾ ਚਿਹਰਾ ਜਾਂ ਬਾਕੀ ਜਿਹੜੇ ਕੈਂਡੀਡੇਟਸ ਆ ਉਹ ਲੈ ਕੇ ਆਉਣੇ ਆ। ਕਿਉਂਕਿ ਜੇ ਤੁਸੀਂ ਉੱਤਰਾਖੰਡ ਦੇ ਵਿੱਚ ਜਾਂ ਤੁਸੀਂ ਹੋਰ ਗੋਆ ਦੇ ਵਿੱਚ ਆਪਣੇ ਮੁੱਖ ਮੰਤਰੀ ਦੇ ਚਿਹਰੇ ਐਲਾਨ ਸਕਦੇ ਹੋ, ਜਿਹੜਾ ਪੰਜਾਬ ਆ, ਜਿਨ੍ਹਾਂ ਨੇ ਤੁਹਾਨੂੰ ਵਾਕਿਆ ਧਰਾਤਲ ਤੇ ਖੜਾ ਕੀਤਾ, ਜਿਨ੍ਹਾਂ ਨੇ ਤੁਹਾਨੂੰ ਰਾਜਨੀਤੀ ਦੇ ਵਿੱਚ ਖੜਾ ਕੀਤਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੰਨ 2014 ਦੇ ਵਿੱਚ ਤੁਹਾਨੂੰ 4 MP ਇੱਥੋਂ ਬਣਾ ਕੇ ਲੋਕ ਸਭਾ 'ਚ ਭੇਜੇ। ਜੇ ਅੱਜ ਤੱਕ ਸੰਨ 2014 ਤੋਂ ਲੈ ਕੇ ਅੱਜ ਤੱਕ ਤੁਹਾਡੇ ਕੋਲ ਪੰਜਾਬ ਦਾ ਚਿਹਰਾ ਹੀ ਨਹੀਂ ਆ, ਤੇ ਫਿਰ ਤੁਸੀਂ ਉਹਦੇ ਵਿੱਚ ਆਪ ਹੀ ਸਮਝ ਸਕਦੇ ਹੋ ਕਿ ਪਾਰਟੀ ਦੀ ਕਿਤੇ ਨਾ ਕਿਤੇ ਨਲਾਇਕੀ ਜ਼ਰੂਰ ਆ, ਜਾਂ ਪਾਰਟੀ ਆਪਣੇ ਹੀ ਅੰਦਰ ਯੁੱਧ ਦੇ ਵਿੱਚ ਫਸੀ ਪਈ ਆ। ਇਸ ਚੀਜ਼ ਤੋਂ ਇਹਨਾਂ ਨੂੰ ਬਾਹਰ ਨਿਕਲਣਾ ਪਊਗਾ। ਕਿਉਂਕਿ ਰੰਧਾਵਾ ਜੀ, ਇੱਕ ਗੱਲ ਹੋਰ ਆ, ਪਿਛਲੇ 5 ਸਾਲਾਂ ਦੇ ਵਿੱਚ 2017 ਚ ਆਪਾਂ ਚੋਣਾਂ ਲੜਦੇ, ਯਾਨੀ ਕਿ ਆਮ ਆਦਮੀ ਪਾਰਟੀ 20 ਸੀਟਾਂ ਲੈ ਕੇ ਆਪੋਜੀਸ਼ਨ ਦੀ ਮੇਨ ਪਾਰਟੀ ਬਣਦੀ ਆ, ਲੇਕਿਨ ਉਸ ਦੇ ਬਾਵਜੂਦ ਵੀ 5 ਸਾਲਾਂ ਚ ਕੋਈ ਵੀ ਇਸ ਤਰ੍ਹਾਂ ਦੀ ਸ਼ਖਸੀਅਤ, ਕਿਸੇ ਵੀ ਇਸ ਤਰ੍ਹਾਂ ਦੇ ਥਿੰਕਰ ਨੂੰ, ਕਿਸੇ ਫਿਲਾਸਫਰ ਨੂੰ, ਕਿਸੇ ਅਕੈਡਮੀਸ਼ੀਅਨ ਨੂੰ, ਕੋਈ ਵੀ ਇਸ ਤਰ੍ਹਾਂ ਦੇ ਬੁੱਧੀਜੀਵੀ ਨੂੰ ਆਪਣੇ ਨਾਲ ਜੋੜਨ ਚ ਅਸਫਲ ਰਹਿੰਦੀ ਆ। ਕਾਫਲਾ ਵਧਣਾ ਚਾਹੀਦਾ ਸੀ, ਕਾਫਲਾ ਦਿਨੋ ਦਿਨ ਘਟ ਰਿਹਾ। ਇਸ ਚੀਜ਼ ਦੀ ਉਹਨਾਂ ਨੂੰ ਚਿੰਤਾ ਕਰਨੀ ਬਣਦੀ ਹੈ। ਮਨਪ੍ਰੀਤ ਜੀ, ਆਮ ਆਦਮੀ ਪਾਰਟੀ ਨਾਲ ਤੁਹਾਡੇ ਕਾਫੀ ਰਿਪੋਰਟਿੰਗ ਦੌਰਾਨ ਵੀ ਅਦਰਵਾਈਜ਼ ਵੀ ਤੁਹਾਡੇ ਅੱਛੇ ਤਾਲੁਕਾਤ ਰਹੇ ਆ। ਤੁਸੀਂ ਇਹਨਾਂ ਦੀ ਰਣਨੀਤੀ ਵਾਲੀ ਜਿਹੜੀ ਟੀਮ ਸੀਗੀ ਉਹਦੇ ਵਿੱਚ ਵੀ ਕਦੇ-ਕਦੇ ਝਾਕ ਲੈਂਦੇ ਰਹੇ। ਮੈਨੂੰ ਜਿੰਨਾ ਕੁ ਮੈਨੂੰ ਸਮਝ ਆਇਆ, ਇਹ ਕਿਸੇ ਰੁੱਸੇ ਨੂੰ ਬਹੁਤਾ ਮਨਾਉਂਦੇ ਨਹੀਂ। ਭਗਵੰਤ ਮਾਨ ਆਪੇ ਹੀ ਰੁੱਸ ਕੇ ਆਪੇ ਹੀ ਮੰਨ ਜਾਂਦੇ ਆ। ਸ਼ਾਇਦ ਹੁਣ ਭਗਵੰਤ ਮਾਨ ਨੂੰ ਇਹ ਲੱਗਣ ਲੱਗ ਗਿਆ ਕਿ ਪੰਜਾਬ 'ਚ ਐਸਾ ਕੋਈ ਚਿਹਰਾ ਨਹੀਂ ਬਚਿਆ, ਕੋਈ ਐਸਾ ਚਿਹਰਾ ਨਹੀਂ ਬਚਿਆ, ਖਾਸ ਤੌਰ ਤੇ ਸਿੱਖ ਚਿਹਰਾ, ਜਿਹਦੇ ਤੇ ਕੇਜਰੀਵਾਲ ਦਾ ਖੇਡ ਸਕਣ ਜਾਂ ਜਿਹੜਾ ਕੇਜਰੀਵਾਲ ਤੇ ਭਰੋਸਾ ਕਰ ਸਕੇ। ਇਸ ਕਰਕੇ ਕਿੱਥੇ ਜਾਓਗੇ, ਪਾਣੀ ਤਾਂ ਇਹਨਾਂ ਪੁਲਾਂ ਥਾਣੀ ਲੰਘਣਾ, ਮੇਰੇ ਬਿਨਾਂ ਤੁਹਾਡੇ ਕੋਲ ਗੁਜ਼ਾਰਾ ਨਹੀਂ। ਜਾਂ ਕੇਜਰੀਵਾਲ ਸਾਹਿਬ ਆਪ ਆਉਣਗੇ ਤੇ ਸੈਕੰਡ ਭਗਵੰਤ ਮਾਨ ਹੋਊਗਾ, ਨਹੀਂ ਤੇ ਪਹਿਲਾ ਭਗਵੰਤ ਮਾਨ ਤੇ ਬਾਕੀ ਸਾਰਾ ਉਦਾਂ ਹੀ। ਹੁਣ ਅਜੇ ਇਹਨਾਂ ਨੇ ਆਪਣੀ ਰਾਜਨੀਤੀ ਨੂੰ ਤੈਅ ਕਰਨਾ। ਪਹਿਲੀ ਗੱਲ ਤਾਂ ਅਜੇ ਇਹਨਾਂ ਨੇ ਪੰਜਾਬ ਦੇ ਵਿੱਚ ਕੀ ਕਰਨਾ ਇਹਦੇ ਬਾਰੇ ਸਪਸ਼ਟ ਹੋਣਾ ਹੈ। ਮੁਹਿੰਮ ਸੈਕੰਡਰੀ ਆ ਇਸ ਵੇਲੇ ਤਾਂ, ਜਿੰਨੀ ਗਰਮਾਈ ਹੋਈ ਹੈ ਸਿਆਸਤ ਉਹਦੇ ਵਿੱਚ ਅਜੇ ਇਹਨਾਂ ਨੇ ਆਪਣੇ ਆਪ ਨੂੰ ਦਿਖਾਉਣਾ ਹੈ ਪਿਕਚਰ ਚੋਂ ਹੀ ਬਾਹਰ ਹੁੰਦੇ ਜਾ ਰਹੇ ਆ। ਲੇਕਿਨ ਚਡੂਣੀ ਨੂੰ ਲੈ ਕੇ ਗੁਰਨਾਮ ਸਿੰਘ ਚਡੂਣੀ ਇੱਕ ਐਸਾ ਚਿਹਰਾ ਹੈ ਜਿਹੜਾ ਬੜਾ ਹਮਲਾਵਰ ਚਿਹਰਾ ਸੀ। ਜਿਹੜੀ ਕਿਸਾਨੀ ਲੀਡਰਸ਼ਿਪ ਹੈ, ਸਭ ਤੋਂ ਪਹਿਲੇ ਦੌਰ ਦੇ ਵਿੱਚ ਜੇ ਕਿਸੇ ਨੇ ਬੈਰੀਕੇਡਿੰਗ ਨੂੰ ਤੋੜਿਆ, ਜੇ ਕਿਸੇ ਨੇ ਦਿੱਲੀ ਤੱਕ ਪਹੁੰਚ ਕੀਤੀ, ਸਾਰਾ ਕੁਝ ਉਹ ਗੁਰਨਾਮ ਸਿੰਘ ਇੱਕ ਯੋਧੇ ਵਾਂਗ ਅੱਗੇ ਵੱਧਦਾ ਦਿਸਦਾ ਹੈ। ਫਿਰ ਉਹਦੇ ਮਤਭੇਦ ਸੰਯੁਕਤ ਕਿਸਾਨ ਮੋਰਚੇ ਨਾਲ ਹੋਣੇ ਸ਼ੁਰੂ ਹੁੰਦੇ ਆ। ਫਿਰ ਉਹ ਪੰਜਾਬ ਦੀ ਰਾਜਨੀਤੀ 'ਚ ਵੜ ਜਾ ਨਿਕਲ ਜਾ ਵਾਂਗ ਦਾਅਵੇ ਕਰਦੇ ਰਹਿੰਦੇ ਆ। ਫਿਰ ਅਖੀਰ ਦੇ ਵਿੱਚ ਉਹ ਵੜੀ ਜਾਂਦੇ ਆ। ਹੁਣ ਉਹਨਾਂ ਦੀ ਰਾਜਨੀਤੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਮੈਚਿਓਰਿਟੀ ਤਾਂ ਲੱਗੀ ਨਹੀਂ। ਬਹੁਤ ਛੋਟੇ ਲੈਵਲ ਦੇ, ਬਹੁਤ ਹਲਕੇ ਪੱਧਰ ਦੇ ਯਤਨ ਉਹ ਲੱਗ ਰਹੇ ਆ, ਜਿਹੜੇ ਢਾਹ ਹੀ ਲਾ ਰਹੇ ਆ ਕਿਸਾਨੀ ਅੰਦੋਲਨ ਨੂੰ, ਜਿਹੜੇ ਰਾਜਨੀਤੀ ਵਿੱਚ ਐਵੇਂ ਪੰਚਾਇਤੀ ਇਲੈਕਸ਼ਨਾਂ ਵਰਗੇ ਹੁੰਦੇ ਆ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਹੁਣ ਲੀਕ ਮਾਰ ਕੇ ਕਹਿੰਦਾ ਹੈ ਕਿ ਅਸੀਂ ਤਾਂ ਸਿਆਸੀਆਂ ਨੂੰ ਰੋਕਦੇ ਸੀ, ਜੇ ਸਾਡਾ ਹੀ ਆਪਣਾ ਹੀ ਕੋਈ ਇਹੋ ਜਿਹਾ ਵਾਂਝਾ ਵਾਹੂਗਾ ਤੇ ਰੋਕਣਾ ਉਹਨੂੰ ਵੀ ਬਣਦਾ ਹੈ। ਤੇ ਉਹਨਾਂ ਨੇ ਟਕਰਾਅ ਇਸ ਹੱਦ ਤੱਕ ਨਿਬੇੜ ਲਿਆ ਵੀ ਇਹਨਾਂ ਨੂੰ ਕਾਲੇ ਕੁਲੇ ਝੰਡੇ ਦਿਖਾ ਕੇ ਹੀ ਅਜੇ ਅਹਿਸਾਸ ਕਰਾ ਦਿਓ ਕਿ ਭਾਈ ਵਾਪਸ ਜਾਓ ਤੇ ਉੱਥੇ ਜਾ ਕੇ ਆਪਣਾ ਅੰਦੋਲਨ ਚਲਾਓ। ਇਹ ਤੇ ਟਿੱਪਣੀ ਬੜੀ ਵਾਜਬ ਰਹੂਗੀ ਤੁਹਾਡੀ। ਰੰਧਾਵਾ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਇਹ ਗੁਰਨਾਮ ਸਿੰਘ ਚਡੂਣੀ ਅੱਜ ਦੇ ਨਹੀਂ, ਕਾਫੀ ਦੇਰ ਤੋਂ ਉਹਨਾਂ ਦੇ ਉਹ ਯਤਨਸ਼ੀਲ ਆ।
ਪਿਛਲੇ ਦਿਨਾਂ 'ਚ ਜਦੋਂ ਕੁਝ ਕਾਂਗਰਸੀ ਨੇਤਾਵਾਂ ਨੂੰ ਇਹ ਹਰਿਆਣੇ 'ਚ ਮਿਲਦੇ ਆ, ਹਰਿਆਣੇ ਤੋਂ ਆਉਂਦੇ ਆ, ਆਪਾਂ ਨੂੰ ਇਹ ਪਤਾ ਹੀ ਆ, ਤੇ ਇਹਨਾਂ ਨੂੰ 1 ਹਫ਼ਤੇ ਦੇ ਲਈ ਸੰਯੁਕਤ ਕਿਸਾਨ ਮੋਰਚਾ ਸਸਪੈਂਡ ਕਰ ਦਿੰਦਾ। ਬਾਅਦ 'ਚ ਆਪਣੀ ਸਫਾਈ ਦਿੰਦੇ ਆ, ਇਹ ਕਹਿੰਦੇ ਮੈਂ ਸੰਯੁਕਤ ਕਿਸਾਨ ਮੋਰਚੇ ਦੇ ਬਿਲਕੁਲ ਨਾਲ ਆ। ਹੁਣ ਫੇਰ ਦੁਬਾਰਾ ਇਹਨਾਂ ਨੇ ਮਿਸ਼ਨ ਪੰਜਾਬ, ਦੇਖੋ ਹਰਿਆਣੇ 'ਚ ਆਉਂਦੇ, ਮਿਸ਼ਨ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰਤੀਆਂ। ਆਪਾਂ ਨੂੰ ਸਾਰਿਆਂ ਨੂੰ ਪਤਾ 2022 ਦੀਆਂ ਚੋਣਾਂ ਤੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਜੇ ਤੁਸੀਂ ਸਾਡੇ ਹਿੱਸੇ ਹੋ, ਸਾਡਾ ਕੋਈ ਫੈਸਲਾ ਨਹੀਂ ਹੈ ਔਰ ਤੁਸੀਂ ਜਾ ਕੇ ਉੱਥੇ ਰਾਜਨੀਤੀ ਦੇ ਵਿੱਚ ਹਿੱਸਾ ਲੈ ਰਹੇ ਹੋ, ਸਰਗਰਮੀਆਂ ਤੇਜ਼ ਕਰ ਰਹੇ ਹੋ, ਤੇ ਅਸੀਂ ਤੁਹਾਡੇ ਨਾਲ ਨਹੀਂ ਆ, ਤੁਹਾਨੂੰ ਵੀ ਕਾਲੇ ਝੰਡਿਆਂ ਦਾ ਸਾਹਮਣਾ ਕਰਨਾ ਪਊਗਾ ਜਿੱਦਾਂ ਬਾਕੀ ਪਾਰਟੀਆਂ ਨੂੰ ਕਰਨਾ ਪੈਂਦਾ। ਤੇ ਜੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਤਾਂ ਤੁਸੀਂ ਮੁੱਖ ਮੰਤਰੀ ਬਣੋ, ਤੇ ਚਾਹੇ ਮੰਤਰੀ ਬਣੋ, ਜੋ ਮਰਜ਼ੀ ਕਰੋ, ਲੇਕਿਨ ਫਿਰ ਤੁਹਾਨੂੰ ਰਾਜਨੀਤੀ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਹੀ ਜਾਣਿਆ ਜਾਊਗਾ। ਇਹ ਸਾਡੇ ਤੋਂ ਤਵੱਕੋ ਨਾ ਕਰੋ ਕਿ ਕਿਸੇ ਵੇਲੇ ਤੁਸੀਂ ਸਾਡੇ ਨਾਲ ਸੀ ਤੇ ਸ਼ਾਇਦ ਅਸੀਂ ਤੁਹਾਡੇ ਨਾਲ ਥੋੜੀ ਹਮਦਰਦੀ ਦਿਖਾਵਾਂਗੇ। ਜੇ ਸਾਡੇ ਨਾਲ ਖੜੇ ਹੋ ਤੇ ਫਿਰ ਉਹੀ ਸਿਧਾਂਤਾਂ ਤੇ ਚੱਲੋ। ਇਹਨੂੰ ਨਿਰੋਲ ਤੇ ਨਿਰੋਲ ਕਿਸਾਨੀ ਅੰਦੋਲਨ ਰੱਖੋ। ਨਾ ਅਸੀਂ ਕਿਸੇ ਧਰਮ ਦੀ ਰਾਜਨੀਤੀ 'ਚ ਪੈਣਾ ਤੇ ਨਾ ਹੀ ਕਿਸੇ ਸਿਆਸੀ ਰਾਜਨੀਤੀ 'ਚ ਪੈਣਾ। ਅਸੀਂ ਦੇਖਾਂਗੇ ਕਿਹਦਾ ਵਿਰੋਧ ਕਰਨਾ, ਕਿਹਦਾ ਨਹੀਂ ਵਿਰੋਧ ਕਰਨਾ। ਇਹ ਜ਼ਰੂਰ ਆ, ਕਿਤੇ ਨਾ ਕਿਤੇ ਗੁਰਨਾਮ ਸਿੰਘ ਚੰਨੂਨੀ ਹੋਣਾ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਕਿਸਾਨੀ ਅੰਦੋਲਨ ਦਾ ਪ੍ਰਭਾਵ ਖਾਸ ਤੌਰ ਤੇ ਹਰਿਆਣੇ, ਪੰਜਾਬ, ਇਹਨਾਂ ਰਾਜਾਂ ਦੇ ਵਿੱਚ ਬਹੁਤ ਜ਼ਿਆਦਾ ਹੈ, ਤੇ ਇਹ ਟਾਈਮ ਆ, ਇਹ ਸਮਾਂ ਜਦੋਂ ਸ਼ਾਇਦ ਇਹਦੀ ਸਿਆਸੀ ਖੇਤੀ ਜਿਹੜੀ ਆ ਉਹ ਕਿਤੇ ਕਰ ਲਈ ਜਾਵੇ, ਹੋ ਸਕਦਾ। ਲੇਕਿਨ ਮੈਨੂੰ ਲੱਗਦਾ ਕਿ ਜਿਹੜਾ ਕਿਸਾਨ ਸੰਯੁਕਤ ਕਿਸਾਨ ਮੋਰਚਾ ਉਹ ਇਸ ਤੋਂ ਦੂਰ ਰਹਿਣਾ ਚਾਹੁੰਦਾ। ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਜੇ ਨੇੜੇ ਜਾਵਾਂਗੇ ਤੇ ਕਿਤੇ ਨਾ ਕਿਤੇ ਆਪਣੀਆਂ ਉਂਗਲਾਂ ਛਡਾ ਲਵਾਂਗੇ। ਉਹ ਨਹੀਂ ਚਾਹੁੰਦੇ ਕਿ ਉਹਨਾਂ ਤੇ ਇਲਜ਼ਾਮ ਲੱਗਣ। ਤੁਹਾਨੂੰ ਯਾਦ ਹੋਣਾ ਰੰਧਾਵਾ ਜੀ, ਜਦੋਂ ਸ਼ੁਰੂ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੁੰਦੀ ਹੈ, ਇਹਦੀ ਸ਼ੁਰੂਆਤ ਹੁੰਦੀ ਆ ਸੰਘਰਸ਼ ਦੀ, ਤੇ ਇਹਨਾਂ ਤੇ ਇਲਜ਼ਾਮ ਲੱਗੇ ਸੀ ਇਹ ਤਾਂ ਕਾਂਗਰਸ ਨੇ ਖੜਾ ਕੀਤਾ, ਇਹ ਤਾਂ ਵਿਰੋਧੀ ਪਾਰਟੀਆਂ ਨੇ ਖੜਾ ਕੀਤਾ। ਹੌਲੀ ਹੌਲੀ ਇਹ ਸਾਰੇ ਇਲਜ਼ਾਮ ਉਹਨਾਂ ਨੇ ਦੂਰ ਕੀਤੇ ਕਿ ਅਸੀਂ ਕਿਸੇ ਦੇ ਨਾਲ ਨਹੀਂ ਖੜੇ, ਅਸੀਂ ਉਹਨਾਂ ਦੇ ਸਾਰਿਆਂ ਦੇ ਨਾਲ ਖੜੇ ਆ ਜਿਹੜਾ ਸਾਡਾ ਹਿੱਤ ਚਾਹੁੰਦੇ ਆ, ਜਿਹੜਾ ਸਾਡਾ ਭਲਾ ਚਾਹੁੰਦੇ ਆ, ਜਿਹੜਾ ਸਾਡਾ ਵੈਲਫੇਅਰ ਚਾਹੁੰਦੇ ਆ। ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਲਕੀਰ ਖਿੱਚਤੀ ਹੈ। ਹੁਣ ਇਹ ਗੁਰਨਾਮ ਸਿੰਘ ਚੰਨੂਨੀ ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਵਾਪਸ ਪਰਤਣਾ, ਵਾਪਸ ਆਉਣਾ, ਤੇ ਜਾਂ ਫਿਰ ਉਹਨਾਂ ਨੇ ਆਪਣੀ ਇਹ ਸਿਆਸੀ ਮੁਹਿੰਮ ਜਾਰੀ ਰੱਖਣੀ ਹੈ। ਭਾਰਤ ਸਰਕਾਰ ਵੱਲੋਂ ਸੈਕਟਰੀ ਕਲਚਰ ਗੋਬਿੰਦ ਮੋਹਨ ਕੱਲ ਅੰਮ੍ਰਿਤਸਰ ਦੇ ਵਿੱਚ ਸੀਗੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲਦੇ। ਉਹਨਾਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਜਿਹੜੇ ਪੁਰਬ ਨੇ ਮਨਾਏ ਜਾਣੇ ਆ, ਉਹਦੇ ਉੱਤੇ ਗੱਲਬਾਤ ਕੀਤੀ ਗਈ ਆ। ਭਾਰਤ ਸਰਕਾਰ ਕਿਉਂਕਿ ਕੋਵਿਡ ਕਰਕੇ ਇਹਨਾਂ ਨੂੰ ਪ੍ਰੋਪਰ ਸੈਲੀਬ੍ਰੇਟ ਨਹੀਂ ਕਰ ਸਕੀ ਔਰ ਇਹਨੂੰ ਟਾਲਤਾ ਸੀਗਾ, ਹੁਣ ਉਹ ਇਹਦੇ ਸੰਬੰਧੀ ਯਾਦਗਾਰਾਂ ਵੀ ਬਣਾਉਣੀਆਂ ਚਾਹੁੰਦੇ ਆ ਤੇ ਉਹ ਕੋਈ ਪ੍ਰੋਗਰਾਮ ਉਲੀਕਣਾ ਚਾਹੁੰਦੇ ਆ। ਭਾਰਤ ਸਰਕਾਰ ਦੀ ਇਹ ਸੁਹਿਰਦਤਾ ਹੈ ਜਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਦਾ ਔਰ ਸਿੱਖ ਖਾਸ ਤੌਰ ਤੇ ਘੱਟ ਗਿਣਤੀ ਫਿਰਕਾ, ਅਹਿਮ ਫਿਰਕਾ ਹੈ ਸਭ ਤੋਂ, ਉਹਨੂੰ ਰਿਝਾਉਣ ਦਾ ਔਰ ਉਹਨੂੰ ਖੁਸ਼ ਕਰਨ ਦਾ ਇੱਕ ਤਰੀਕਾ ਹੈ। ਵੈਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮਾਂ ਤੋਂ ਉੱਪਰ ਉੱਠ ਕੇ ਆ, ਔਰ ਜਿਸ ਤਰੀਕੇ ਨਾਲ ਹਿੰਦ ਦੀ ਚਾਦਰ ਉਹ ਅਖਵਾਏ ਨੇ, ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਘੱਟੋ ਘੱਟ 5-7 ਹਜ਼ਾਰ ਕਰੋੜ ਰੁਪਏ ਦੇ ਵਿੱਚ ਕੋਈ ਟਾਊਨ ਉਸਾਰਿਆ ਜਾਵੇ ਬਿਆਸ ਦੇ ਕੰਢੇ ਦੇ ਉੱਤੇ, ਕਿਉਂਕਿ ਬਾਬੇ ਬਕਾਲੇ ਨਾਲ ਬਹੁਤ ਸੰਬੰਧ ਹੈ ਗੁਰੂ ਸਾਹਿਬ ਦਾ। ਜੇ ਤੁਸੀਂ ਬਿਆਸ ਤੇ ਦਰਿਆ ਦੇ ਕੰਢੇ ਕੰਢੇ ਕੋਈ ਸਮਾਰਟ ਸਿਟੀ ਜਾਂ ਕੋਈ ਬਹੁਤ ਵੱਡਾ ਪ੍ਰੋਜੈਕਟ ਉਲੀਕਦੇ ਹੋ, ਤਾਂ ਮੇਰੇ ਖਿਆਲ ਭਾਰਤ ਸਰਕਾਰ ਦੇ ਕਰਤਾ ਧਰਤਾ ਦਹਾਕਿਆਂ ਤੱਕ, ਸਦੀਆਂ ਤੱਕ ਜਾਣੇ ਜਾਣਗੇ ਇਸ ਕੰਮ ਲਈ। ਤੇ ਉਹਨਾਂ ਨੇ ਸ਼ੁਰੂਆਤ ਕੱਲ ਕੀਤੀ ਹੈ। ਦੇਖੋ, ਇਹ ਸੀਮਤ ਯਤਨ ਹੁੰਦੇ ਆ ਜਾਂ ਕੁਝ ਵੱਡੇ ਹੁੰਦੇ ਆ, ਅਸੀਂ ਇਹਦੇ 'ਚ ਡੱਕਾ ਡਾਉਂਦੇ ਆ ਜਾਂ ਸਹਿਯੋਗੀ ਬਣਦੇ ਆ। ਪ੍ਰਧਾਨ ਮੰਤਰੀ ਨੂੰ ਤੁਸੀਂ ਕਿੰਨਾ ਕਿ ਇਹਦੇ ਵਿੱਚ ਅੱਗੇ ਵਧਣ ਲਈ ਪ੍ਰੇਰ ਸਕਦੇ ਹੋ, ਜਿਹੜੇ ਇਹ ਸਿੱਖ ਲੀਡਰਸ਼ਿਪ ਨੇ ਵੇਖਣਾ, ਕੀ ਕਹਿੰਦੇ ਹੋ? ਰੰਧਾਵਾ ਜੀ ਦੇਖੋ, ਕਈ ਵਾਰੀ ਅਸੀਂ ਕੁਝ ਫੈਸਲਿਆਂ ਨੂੰ, ਕੁਝ ਐਲਾਨਾਂ ਨੂੰ ਸਿਆਸੀ ਜ਼ਰੂਰ ਕਹਿ ਦਿੰਦੇ ਹਾਂ, ਔਰ ਬਿਲਕੁਲ ਸਿਆਸਤ ਹੋ ਵੀ ਸਕਦੀ ਹੈ। ਲੇਕਿਨ ਜੇ ਕੋਈ ਸਿਆਸੀ ਫੈਸਲਾ ਵੀ ਕਿਸੇ ਭਾਈਚਾਰੇ ਦਾ, ਕਿਸੇ ਇਸ ਤਰ੍ਹਾਂ ਦੀ ਕਮਿਊਨਿਟੀ ਦਾ ਫਾਇਦਾ ਕਰ ਜੇ, ਨਾਗਰਿਕਾਂ ਦਾ ਫਾਇਦਾ ਕਰ ਜੇ, ਜਾਂ ਉਹਨਾਂ ਨੂੰ ਮਾਨ ਸਨਮਾਨ ਜਿਹੜਾ ਸਤਿਕਾਰ ਆ ਉਹ ਪੂਰਾ ਮਿਲ ਜੇ, ਤਾਂ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਮਾੜੀ ਗੱਲ ਆ। ਜੇ 400 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ, ਜੇ ਉਸ ਦੌਰਾਨ ਜੇ ਨਰਿੰਦਰ ਮੋਦੀ ਸਾਹਿਬ ਨੂੰ, ਪ੍ਰਧਾਨ ਮੰਤਰੀ ਨੂੰ ਭਾਰਤ ਦੇ ਇਹ ਲੱਗਦਾ ਕਿ ਇਸ ਨਾਲ ਸਿੱਖ ਭਾਈਚਾਰਾ ਜਿਹੜਾ ਸ਼ਾਇਦ ਕਿਤੇ ਕਿਸਾਨੀ ਅੰਦੋਲਨ ਕਰਕੇ ਸਾਡੇ ਤੋਂ ਦੂਰ ਹੋ ਗਿਆ ਸੀ, ਜਾਂ ਭਾਰਤੀ ਜਨਤਾ ਪਾਰਟੀ ਦੀ ਸ਼ਾਇਦ ਰਾਜਨੀਤੀ ਜਾਂ ਸਿਆਸਤ ਫੇਰ ਇਹਨਾਂ ਕੰਮਾਂ ਕਰਕੇ ਦੁਬਾਰਾ ਚਮਕ ਪਵੇ। ਤੁਹਾਨੂੰ ਪਤਾ ਹੀ ਹੈ ਕਰਤਾਰਪੁਰ ਲਾਂਘਾ ਜਦੋਂ ਖੁੱਲਣ ਤੋਂ ਪਹਿਲਾਂ ਕਿੱਦਾਂ ਅਸ਼ਵਨੀ ਸ਼ਰਮਾ ਜਿਹੜੇ ਬੀਜੇਪੀ ਦੇ ਪ੍ਰਧਾਨ ਆ, ਉਹ ਇੱਕ ਡੈਲੀਗੇਸ਼ਨ ਲੈ ਕੇ ਜਾਂਦੇ ਆ ਤੇ ਪ੍ਰਧਾਨ ਮੰਤਰੀ ਨੂੰ ਮਿਲਦੇ ਆ, ਤੇ ਫਿਰ 2 ਦਿਨਾਂ ਬਾਅਦ ਲਾਂਘਾ ਖੁੱਲ ਵੀ ਜਾਂਦਾ। ਉਦੋਂ ਹੀ ਆਪਾਂ ਨੂੰ ਸੰਕੇਤ ਮਿਲਣੇ ਸ਼ੁਰੂ ਹੋ ਗਏ ਸੀ ਕਿ ਹੁਣ ਲਾਂਘਾ ਬਿਲਕੁਲ ਖੁੱਲੇਗਾ। ਸੋ ਕਹਿਣ ਦਾ ਮਤਲਬ ਆ, ਚਾਹੇ
ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਕੋਈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਬੈਠਾ, ਉਹਨਾਂ ਨੂੰ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਜਿਸ ਤਰ੍ਹਾਂ 1 ਸਾਲ ਲਗਭਗ ਹੋ ਗਿਆ ਔਰ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਹਜੇ ਤੱਕ ਕੇਂਦਰ ਸਰਕਾਰ ਨੇ ਬਾਹ ਨਹੀਂ ਫੜੀ, ਔਰ ਜਿਸ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਇਹ ਬੜਾ ਪਵਿੱਤਰ ਅੰਦੋਲਨ ਆ, ਉਹਨਾਂ ਨਾਲ ਹਜੇ ਤੱਕ ਗੱਲਬਾਤ ਨਹੀਂ ਕੀਤੀ। ਜੇ ਇਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਕਿਤੇ ਵਾਪਸ ਸਮੇਂ ਸਿਰ ਵਾਪਸ ਉਹਨਾਂ ਦੇ ਘਰ ਚਲੇ ਜਾਣ ਤੇ ਸ਼ਾਇਦ ਇਹ ਗੱਲ ਦਾ ਕੋਈ ਚੰਗਾ ਜਿਹੜਾ ਹੱਲ ਨਿਕਲ ਆਵੇ। ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਕੋਸ਼ਿਸ਼ ਇਹ ਕਰ ਰਹੀ ਆ ਇਹ ਦੱਸਣ ਦੀ ਕਿ ਨਹੀਂ, ਅਸੀਂ ਤੁਹਾਡੇ ਤੋਂ ਬੇਮੁਖ ਨਹੀਂ ਹੋਏ, ਤੁਹਾਡੇ ਨਾਲ ਆ। ਉਹ ਗੱਲਾਂ ਆਪਣੇ ਆਪ ਨੇ, ਉਹ ਵੱਖਰੀਆਂ ਗੱਲਾਂ ਨੇ ਕਿ ਖੇਤੀ ਕਾਨੂੰਨ ਠੀਕ ਹੈ ਜਾਂ ਨਹੀਂ ਹੈ, ਲੇਕਿਨ ਅਸੀਂ ਸਿੱਖ ਭਾਈਚਾਰੇ ਦੇ ਹਮੇਸ਼ਾ ਨਾਲ ਖੜੇ ਆ। ਇਹ ਹੁਣ ਗੱਲ ਦੇਖੋ, ਇਹਦੇ ਵਿੱਚ ਇਹ ਆ ਰੰਧਾਵਾ ਜੀ, ਬੜੀ ਬਰੀਕੀ ਤੇ ਮਹੀਨ ਗੱਲ ਇਹ ਆ ਕਿ ਕੀ ਇਸ ਚੀਜ਼ ਨੂੰ ਉਸੇ ਹਿਸਾਬ ਨਾਲ ਐਕਸੈਪਟ ਕੀਤਾ ਜਾਂਦਾ, ਮੰਨਿਆ ਜਾਂਦਾ ਕਿ ਹਾਂ, ਕਿਉਂਕਿ ਆਮ ਤੌਰ ਤੇ ਪੰਜਾਬ ਦੇ ਜਦੋਂ ਲੋਕ ਕੇਂਦਰ ਉਹਨਾਂ ਦੀ ਗੱਲ ਨਹੀਂ ਸੁਣਦਾ ਜਾਂ ਉਹਨਾਂ ਦੀ ਬਾਹ ਨਹੀਂ ਫੜਦਾ, ਆਮ ਤੌਰ ਤੇ ਉਹਨਾਂ ਦੇ ਖਿਲਾਫ ਰਾਜਨੀਤੀ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਖੜੇ ਹੋ ਜਾਂਦੇ ਨੇ। ਇਹ ਹੈ, ਤੁਹਾਨੂੰ ਪਤਾ ਹੀ ਹੈ, ਤਮਾਮ ਤਰ੍ਹਾਂ ਦੇ ਗਾਣੇ, ਤਮਾਮ ਤਰ੍ਹਾਂ ਦੀ ਕਵਿਤਾਵਾਂ, ਪੋਇਟਰੀ ਬਣੀ ਹੋਈ ਹੈ ਕਿ ਦਿੱਲੀ ਅਸੀਂ ਤਾਂ ਤੇਰੇ ਖਿਲਾਫ ਖੜਨਾ। ਸੋ ਜੇ ਇਸ ਦੇ ਨਾਲ ਤੇ ਨਾਲ ਦੇ ਨਾਲ ਜੇ ਕਿਸਾਨੀ ਸੰਘਰਸ਼ ਦਾ ਕੋਈ ਹੱਲ ਕੱਢ ਕੇ ਉਹ ਪੰਜਾਬ ਲਈ ਕੁਝ ਬਿਹਤਰ ਕਰਨਾ ਚਾਹੁੰਦੇ ਆ, ਤੇ ਮੈਨੂੰ ਲੱਗਦਾ ਜ਼ਿਆਦਾਤਰ ਲੋਕ ਇਸ ਦਾ ਸਵਾਗਤ ਕਰਨਗੇ। ਸਵਾਗਤ ਕਰਨਾ ਬਣਦਾ ਹੈ। ਪਰ ਆਖਰੀ ਖਬਰ ਬਹੁਤ ਛੋਟੇ ਸੰਖੇਪ 'ਚ ਰੱਖਾਂਗੇ। ਪ੍ਰਕਾਸ਼ ਸਿੰਘ ਬਾਦਲ, ਅੰਗਰੇਜ਼ੀ ਅਖਬਾਰ ਦੀ ਇੱਕ ਵੱਡੀ ਖਬਰ ਹੈ, ਉਹਦੇ ਅਨੁਸਾਰ ਮੈਂ ਗੱਲ ਕਰ ਰਿਹਾ ਕਿ ਉਹ ਆਪਣੇ ਹਲਕੇ 'ਚ ਲਗਾਤਾਰ ਵਿਚ ਰਹੇ ਤੇ ਹੁਣ ਉਹਨਾਂ ਕਿਹਾ ਪਾਰਟੀ ਜੋ ਮੇਰੀ ਡਿਊਟੀ ਲਾਊਗੀ ਉਹ ਮੈਂ ਨਿਭਾਵਾਂਗਾ। ਪਾਰਟੀ ਹੁਣ ਆਪਣੀਆਂ ਰਵਾਇਤੀ ਲੀਹਾਂ ਤੇ ਆ ਰਹੀ ਆ। ਸੁਣਿਆ ਚੋਣ ਰਣਨੀਤੀਕਾਰ ਵੀ ਹੌਲੀ ਹੌਲੀ ਆਪਣਾ ਕੰਮ ਸਮੇਟ ਰਹੇ ਆ ਤੇ ਹੁਣ ਟਕਸਾਲੀ ਅਕਾਲੀ ਜਿਹੜੇ ਕੋਰ ਕਮੇਟੀ 'ਚ ਕਹਿੰਦੇ ਆ ਵੀ ਆਪਣੇ ਕਲਚਰ ਦੀ ਤਾਂ ਸਾਨੂੰ ਹੀ ਸਮਝ ਆ, ਕੋਈ ਹੁਣ ਬਾਹਰੋਂ ਆ ਕੇ ਥੋੜਾ ਸਾਨੂੰ ਸਮਝਾਊਗਾ। ਇਹਦਾ ਮਤਲਬ ਕਵਾਇਦ ਉਹੀ ਜਿਹੜੀ ਆਪਾਂ ਸੋਚ ਰਹੇ ਆ ਉਧਰ ਵੱਧ ਗਈ। ਬਿਲਕੁਲ ਰੰਧਾਵਾ ਜੀ, ਤੁਸੀਂ ਉਸ ਦਿਨ ਜ਼ਿਕਰ ਵੀ ਕੀਤਾ ਸੀ। ਪਹਿਲਾਂ ਉਹ ਜਾਂਦੇ ਨੇ ਦਿਆਲ ਸਿੰਘ ਕੋਲਿਆਂ ਵਾਲੀ ਦੀ ਪਹਿਲੀ ਬਰਸੀ ਤੇ ਫਿਰ ਕੱਲ ਬਾਦਲ ਪਿੰਡ ਦੇ ਵਿੱਚ ਇੱਕ 올림픽 ਸਿਮਰਨਜੀਤ ਕੌਰ, ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਿਲਦੇ ਨੇ, ਅਰਜੁਨ ਅਵਾਰਡੀ ਨੂੰ। ਇੱਥੋਂ ਪਤਾ ਲੱਗਦਾ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਆ ਉਹਨਾਂ ਦੀਆਂ ਸਰਗਰਮੀਆਂ ਵੱਧ ਗਈਆਂ, ਔਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗ ਰਿਹਾ ਕਿ ਇਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਰੀ ਵੀ ਆ। ਜਦੋਂ ਡਾਕਟਰਾਂ ਨੇ ਜਾਂ ਸਾਰੇ ਉਹਨਾਂ ਦੇ ਜਿਹੜੇ ਹੈਲਥ ਸੁਵਿਧਾਵਾਂ ਉਹਨਾਂ ਨੂੰ ਦਿੰਦੇ ਨੇ, ਸਿਹਤ ਸੁਵਿਧਾਵਾਂ, ਉਹਨਾਂ ਨੇ ਰਾਏ ਦਿੱਤੀ ਸੀ ਕਿ ਤੁਸੀਂ COVID-19 ਦੇ ਦੌਰਾਨ ਸਫ਼ਰ ਨਹੀਂ ਕਰਨਾ, ਬਾਹਰ ਨਹੀਂ ਨਿਕਲਣਾ। ਤੇ ਹੁਣ ਹਾਲਾਂਕਿ ਇਹ ਨਹੀਂ ਕਹਿ ਸਕਦੇ ਕਿ ਭਮਾਰਾ ਚਲਾ ਗਿਆ, ਹਜੇ ਵੀ ਥੋੜਾ ਬਹੁਤਾ ਹੈ, ਬਹੁਤ ਸਾਰੇ ਹਜੇ ਵੀ ਕੇਸ ਆ ਰਹੇ, ਲੇਕਿਨ ਮੈਨੂੰ ਲੱਗਦਾ ਡਾਕਟਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਹੁਣ ਬਾਹਰ ਨਿਕਲ ਸਕਦੇ ਹੋ, ਲੋਕਾਂ ਨੂੰ ਮਿਲ ਸਕਦੇ ਹੋ। ਲੇਕਿਨ ਕਿਤੇ ਨਾ ਕਿਤੇ ਜਦੋਂ 93-94 ਵਰਿਆਂ ਦੇ ਵਿੱਚ ਤੁਸੀਂ ਲਗਭਗ ਆਪਣੀ ਪਾਰੀ ਖੇਡ ਚੁੱਕੇ ਹੋ ਨੇ ਤੇ ਤੁਹਾਨੂੰ ਦੁਬਾਰਾ ਫਿਰ ਆਉਣਾ ਪੈਂਦਾ, ਤੇ ਫਿਰ ਇੱਥੋਂ ਇਹ ਵੀ ਪਤਾ ਲੱਗਦਾ ਕਿ ਸਾਰਾ ਕੁਝ ਠੀਕ ਨਹੀਂ ਆ। ਜੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬਾਗਡੋਰ ਆ, ਸੁਖਬੀਰ ਸਿੰਘ ਬਾਦਲ ਹੋਣਾ ਦੇ ਹੱਥ, ਹਰਸਿਮਰਤ ਕੌਰ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ, ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੂੰ ਸਪੋਰਟ ਜਾਂ ਜਿਸ ਤਰ੍ਹਾਂ ਦਾ ਉਹਨਾਂ ਨੂੰ ਹੰਗਾਰਾ ਮਿਲਣਾ ਚਾਹੀਦਾ ਸੀ ਪੰਜਾਬ 'ਚੋਂ, ਉਹ ਨਹੀਂ ਮਿਲ ਰਿਹਾ। ਤੇ ਫਿਰ ਜਿਵੇਂ ਕਹਿੰਦੇ ਆ ਨਾ ਕਿ ਫਿਰ ਭੀਤਮ ਪਿਸ਼ਾਮਾਂ ਨੂੰ ਉੱਠਣਾ ਪੈਂਦਾ, ਸ਼ਾਇਦ ਕੋਈ ਇਸ ਤਰ੍ਹਾਂ ਦੀ ਗੱਲ ਆ। ਜਿਹੜੇ ਸਰਪ੍ਰਸਤ ਨੇ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਨੇ, ਉਹਨਾਂ ਨੂੰ ਵਾਪਸ ਰਾਜਨੀਤੀ ਦੇ ਵਿੱਚ ਫਿਰ ਦੁਬਾਰਾ ਮੁੜਨਾ ਪੈਂਦਾ। ਮਨਪ੍ਰੀਤ ਜੀ, ਮੈਂ ਆਪਣੇ ਆਲੇ ਦੁਆਲੇ ਚੋਂ ਗੁਰਬਾਣੀ ਦੀਆਂ ਆਵਾਜ਼ਾਂ ਕੰਨਾਂ ਮੇਰੇ 'ਚ ਪੈ ਰਹੀਆਂ, ਸ਼ਾਇਦ ਵਿੱਚ ਵੀ ਆ ਰਹੀਆਂ ਹੋਣ। ਅੱਜ ਬੜਾ ਮੁਕੱਦਸ ਦਿਨ ਹੈ ਔਰ ਸਾਰੇ ਹੀ ਕਿਸੇ ਨਾ ਕਿਸੇ ਗੁਰੂ ਘਰ 'ਚ ਮੱਥਾ ਟੇਕਣਗੇ। ਤੇ ਅੱਜ ਜਿਹੜੀ ਗੁਰੂ ਨਾਨਕ ਸਾਹਿਬ ਦੀ ਡਾਇਲੋਗ, ਜਿਹੜੀ ਵਾਰਤਾ ਦੀ ਉਹਨਾਂ ਦੀ ਸ਼ੈਲੀ ਸੀਗੀ, ਉਹਨਾਂ ਨੇ ਬਹੁਤ ਵਿਪਰੀਤ ਪਰਿਸਥਿਤੀਆਂ 'ਚ ਤੇ ਵਿਪਰੀਤ ਵਿਚਾਰਧਾਰਾਵਾਂ ਨਾਲ ਜਾ ਕੇ, ਜਿਨ੍ਹਾਂ 'ਚ ਸਿੱਧ ਸੀ, ਯੋਗੀ ਸੀ, ਬ੍ਰਾਹਮਣ ਸੀ, ਮੁਸਲਮਾਨ ਸੀ, ਉਹਨਾਂ ਸਾਰਿਆਂ ਨਾਲ ਜਦੋਂ ਉਦੋਂ ਕੋਈ ਦੂਜੀ ਵਿਰੋਧੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ ਹੁੰਦਾ। ਧਰਮ ਦਾ ਇੰਨੀ ਕੱਟੜਵਾਦ ਸੀ ਵੀ ਕਿਸੇ ਨੂੰ ਵੀ ਮਾਰ ਦਿਓ ਥਾਂ ਤੋਂ ਹੀ। ਤੇ ਬਾਬੇ ਨਾਨਕ ਨੇ ਉਹਨਾਂ ਥਾਵਾਂ ਤੇ ਜਾ ਕੇ ਵਾਰਤਾ ਨਾਲ, ਡਾਇਲੋਗ ਨਾਲ ਉਹਨਾਂ ਸਾਰਿਆਂ ਨੂੰ ਜਿੱਤਿਆ ਵੀ, ਆਪਣੀ ਗੱਲ ਸਮਝਾਈ ਵੀ। ਤੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਇੱਕ ਦੂਜੇ ਨਾਲ ਪੰਗਾ ਪਾ ਕੇ ਬੈਠੇ ਰਹਿੰਦੇ ਹਾਂ। ਅੱਜ ਜਦੋਂ ਗੁਰੂ ਘਰ ਦੇ ਵਿੱਚ ਮੱਥਾ ਟੇਕਣਾ ਹੋਵੇ ਤੇ ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਵੀ ਤੁਹਾਡੇ ਵਿਰੋਧ ਨੇ ਜਾਂ ਰਿਸ਼ਤੇ ਨਾਤਿਆਂ ਦੇ ਵਿੱਚ ਪੰਗੇਬਾਜ਼ੀਆਂ, ਉੱਥੇ ਡਾਇਲੋਗ ਕਰਕੇ ਦੇਖੋ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ, ਸ਼ਾਇਦ ਚੰਗੇ ਨਤੀਜੇ ਆਉਣ। ਮੈਂ ਵੀ ਪੜ੍ਹਿਆ ਹੀ ਆ, ਮੈਂ ਬਹੁਤਾ ਸਿਆਣਾ ਨਹੀਂ, ਤੇ ਮੈਨੂੰ ਵੀ ਕਿਸੇ ਵੱਡੇ ਵਿਦਵਾਨ ਨੇ ਹੀ ਦੱਸਿਆ ਕਿ ਬਾਬਾ ਨਾਨਕ ਡਿਬੇਟ 'ਚ ਨਹੀਂ ਸੀ ਜਾਂਦੇ, ਬਹਿਸ ਵਿੱਚ ਨਹੀਂ ਸੀ ਪੈਂਦੇ, ਡਾਇਲੋਗ 'ਚ ਜਾਂਦੇ ਸੀ। ਤੁਸੀਂ ਵੀ ਡਾਇਲੋਗ ਕਰਕੇ ਦੇਖ ਲਓ, ਕੋਈ ਟੁੱਟਿਆ ਰਿਸ਼ਤਾ ਸ਼ਾਇਦ ਜੁੜ ਜੇ। ਮਾਫੀ, ਬਹੁਤ ਮਿਹਰਬਾਨੀ।
ਬਹੁਤ ਬਹੁਤ ਮਿਹਰਬਾਨੀ, ਬੜੀ ਬਿਹਤਰ ਤੁਸੀਂ ਇਹ ਗੱਲ ਕਹੀ ਆ। ਇੱਕ ਵਾਰੀ ਫੇਰ ਤੁਹਾਡਾ ਧੰਨਵਾਦ, ਰੰਧਾਵਾ ਜੀ। ਜੀ।